ਜਾਣਾ ਹੋਵੇ ਤੁਸੀਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲਣ ਤੇ ਉਹ ਤੁਹਾਨੂੰ ਆਫਰ ਕਰਨ ਕਿ ਇਹ ਮੋਰਚੇ ਨੂੰ ਚੁਕਾਉਣ ਦੇ ਵਿੱਚ ਸਾਡੀ ਮਦਦ ਕਰੋ ਜਾਂ ਤੁਸੀਂ ਇੱਥੋਂ ਨਿਕਲ ਜਾਓ, ਚਲੇ ਜਾਓ, ਤੇ ਰੁਪਈਆ 10 ਲੱਖ ਹੋਵੇ, ਇਹ ਗੱਲ ਹਜਮ ਹੁੰਦੀ ਕਿਸੇ ਪਾਸਿਓਂ। ਗੁਰਮੀਤ ਸਿੰਘ ਪਿੰਕੀ ਕੈਟ ਦਾ ਖੇਤੀਬਾੜੀ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਦੇ ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਮੁਜਰਮਾਨਾ ਰਿਕਾਰਡ ਜਿਹੜਾ ਗਿਣਿਆ ਜਾਂਦਾ ਹੈ ਪੰਜਾਬ ਦੇ ਵਿੱਚ, ਉਹਨਾਂ ਦਾ ਉੱਥੇ ਕੀ ਕੰਮ? ਕਿ ਨਿਹੰਗ ਅਮਨ ਸਿੰਘ ਵੀ ਕੁਝ ਕਤਲ ਦੇ ਮਾਮਲੇ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਰਹੇ ਨੇ ਤੇ ਉਸ ਜੇਲ੍ਹ ਦੇ ਵਿੱਚ ਇਹਨਾਂ ਦੀ ਆੜੀ ਜਿਹੜੀ ਹੈ ਉਹ ਬਣ ਜਾਂਦੀ ਹੈ ਗੁਰਮੀਤ ਸਿੰਘ ਪਿੰਕੀ ਕੈਟ ਦੇ ਨਾਲ। ਉਹਨਾਂ ਨੇ ਕਿਹਾ ਕਿ ਇਹ ਸੱਦਾ ਉਹਨਾਂ ਨੂੰ ਭਾਜਪਾ ਵੱਲੋਂ ਆਇਆ ਸੀ। ਜੇ ਉਹਨਾਂ ਨੂੰ ਭਾਜਪਾ ਵੱਲੋਂ ਸੱਦਾ ਆਇਆ ਸੀ ਤਾਂ ਬਾਬਾ ਜੀ ਨੇ ਹੋਰ ਕਿਸੇ ਨੂੰ ਕੌਨਫੀਡੈਂਸ ਵਿੱਚ ਕਿਉਂ ਨਾ ਲਿਆ? ਤੇ ਮੋਦੀ ਸਰਕਾਰ ਜਿਹੜੀ ਹੈ ਸ਼ੱਕੀ ਕਿਰਦਾਰਾਂ ਵਾਲੇ ਲੋਕਾਂ ਦੇ ਥਰੂ ਡੀਲ ਕਰ ਰਹੀ ਆ। ਨਾਲ ਨਿਹੰਗ ਸਿੰਘਾਂ ਨੂੰ ਉਹਨਾਂ ਨੇ ਆਖਿਆ ਸੀ ਕਿ ਮੈਂ ਹੱਥ ਬੰਨ੍ਹ ਕੇ ਇਹਨਾਂ ਨੂੰ ਬੇਨਤੀ ਕਰਦਾ, ਨਿਹੰਗ ਸਿੰਘਾਂ ਨੂੰ, ਕੋਈ ਤੁਸੀਂ ਆਏ ਹੋ ਮਦਦ ਲਈ, ਸਾਡੀ ਲਈ ਧੰਨਵਾਦ ਹੈ, ਤੇ ਤੁਸੀਂ ਛੋੜੀਆਂ ਪੁੱਟ ਲਓ ਤੇ ਤੁਸੀਂ ਵਾਪਸ ਜਾ ਸਕਦੇ ਹੋ। ਇਹ ਗੱਲ ਇੱਕ ਦਿਨ ਬਲਬੀਰ ਸਿੰਘ ਰਾਜੇਵਾਲ ਨੇ ਸਟੇਜ ਤੋਂ ਕੀਤੀ ਸੀ ਤੇ ਅਗਲੇ ਦਿਨ ਉਹਨਾਂ ਨੂੰ ਮੁਆਫੀ ਮੰਗਣੀ ਪੈ ਗਈ। ਪਰ ਬਾਬੇ ਦੇ ਸਮਰਥਕ ਜਿਹੜੇ ਨੇ ਉਹ ਕੁਛ ਗੱਲੋਂ ਭਾਜਪਾ ਉਹਨਾਂ ਨੂੰ ਖੁਸ਼ ਕਰਦੀ ਰਹਿੰਦੀ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਨਵੀਆਂ ਖਾਸ ਤੇ ਪੱਖੀਆਂ ਹੋਈਆਂ ਖਬਰਾਂ ਤੇ ਚਰਚਾ ਕਰਨ ਵਾਲਾ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਸਿੰਘੂ ਬਾਰਡਰ ਤੇ ਹੋਏ ਕਤਲੇਆਮ ਦੀ। ਇਸ ਇਨਸਾਨੀਅਤ ਹੱਥੋਂ ਸਖਣੀ ਘਟਨਾ ਦੀ ਗੱਲ ਕਰਾਂਗੇ। ਹੁਣ ਇਸ ਵਿੱਚ ਕਿਹੜਾ ਨਵਾਂ ਮੋੜ ਆ ਗਿਆ ਹੈ? ਕੀ ਇਹ ਮੋੜ ਸਿਆਸਤ ਵੱਲ ਨੂੰ ਤਾਂ ਨਹੀਂ ਕੱਟਿਆ ਗਿਆ? ਇਸ ਤੋਂ ਇਲਾਵਾ ਗੱਲ ਕਰਾਂਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੀਐਮ ਚੰਨੀ ਦੇ ਮੁੰਡੇ ਤੇ ਵਿਆਹ ਦੀ ਅਰਦਾਸ ਕਰਕੇ ਕਿਉਂ ਵਿਵਾਦਾਂ 'ਚ ਫਸ ਗਏ ਨੇ। ਇਹ ਸਾਰੇ ਸਵਾਲ ਜਾਣਾਂਗੇ ਅਸੀਂ ਆਪਣੇ ਐਕਸਪਰਟ ਕੋਲੋਂ। ਸਰਦਾਰ ਕੁਲਦੀਪ ਸਿੰਘ ਹੀਰ ਜੀ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਭਲੀਨ, ਬਹੁਤ ਸਵਾਗਤ। ਕੁਲਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਇੱਕ ਮੁਲਾਕਾਤ ਤੋਂ ਕਰਦੇ ਹਾਂ। ਇੱਕ ਐਸੀ ਮੁਲਾਕਾਤ ਜਿਹੜੀ ਸਵਾਲਾਂ ਦੇ ਘੇਰੇ 'ਚ ਘਿਰ ਗਈ ਆ। ਨਿਹੰਗ ਅਮਨ ਸਿੰਘ ਜਿਨੇ ਕਿ ਸਿੰਘੂ ਬਾਰਡਰ ਕਤਲੇਆਮ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ, ਉਹਨਾਂ ਦੀ ਫੋਟੋ ਭਾਜਪਾ ਆਗੂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਵਾਇਰਲ ਹੁੰਦੀ ਆ। ਤੋਮਰ ਸਾਹਿਬ ਉਹਨਾਂ ਦੇ ਗਲ 'ਚ ਸਰੋਪਾ ਪਾਉਂਦੇ ਨਜ਼ਰ ਆਉਂਦੇ ਨੇ। ਉਸ ਤੋਂ ਬਾਅਦ ਨਿਹੰਗ ਅਮਨ ਸਿੰਘ ਜਿਹੜੇ ਨੇ ਉਹ ਕੋਈ ਸਪਸ਼ਟੀਕਰਨ ਦਿੰਦੇ ਨੇ। ਕੀ ਹੈ ਜੀ ਪੂਰਾ ਮਾਮਲਾ? ਅਸਲ ਵਿੱਚ ਅੱਜ ਪੰਜਾਬ ਦੀ ਇੱਕ ਪ੍ਰਮੁੱਖ ਅਖਬਾਰ ਨੇ ਦਾਅਵਾ ਕੀਤਾ ਕਿ ਸਾਡੇ ਕੋਲ 3 ਫੋਟੋਆਂ ਨੇ। ਉਹਨਾਂ ਨੇ ਦਾਅਵਾ ਹੀ ਨਹੀਂ ਕੀਤਾ, ਉਹਨਾਂ ਨੇ ਸਬੂਤ ਵੀ ਪੇਸ਼ ਕੀਤੇ ਜੀ। 3 ਫੋਟੋਆਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਇੱਕ ਫੋਟੋ ਦੇ ਵਿੱਚ ਨਿਹੰਗ ਅਮਨ ਸਿੰਘ ਜਿਹੜੇ ਨੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਇੱਕ ਹੋਰ ਕੇਂਦਰੀ ਰਾਜ ਮੰਤਰੀ, ਤੇ ਨਾਲ ਉਹਨਾਂ ਦੇ ਪੰਜਾਬ ਦੇ ਕੁਝ ਭਾਜਪਾ ਦੇ ਆਗੂ, ਤੇ ਨਾਲ ਗੁਰਮੀਤ ਸਿੰਘ ਪਿੰਕੀ ਕੈਟ ਦੀ ਫੋਟੋ ਜਿਹੜੀ ਆਉਂਦੀ ਹੈ ਜੀ, ਉਹ ਫੋਟੋ ਦੇ ਵਿੱਚ ਖੜੇ ਨੇ। ਦੂਸਰੀ ਦੇ ਵਿੱਚ ਨਰਿੰਦਰ ਸਿੰਘ ਤੋਮਰ ਉਹਨਾਂ ਦੇ ਗਲ 'ਚ ਸਰੋਪਾ ਜਾਂ ਲੋਈ ਪਾ ਰਹੇ ਨੇ, ਸਤਿਕਾਰ ਕਰ ਰਹੇ ਨੇ, ਸਨਮਾਨ ਕਰ ਰਹੇ ਨੇ, ਉਹ ਦੇਖੀ ਜਾ ਸਕਦੀ ਹੈ। ਤੀਸਰੀ ਫੋਟੋ ਦੇ ਵਿੱਚ ਰਾਜ ਮੰਤਰੀ ਦੇ ਘਰ ਬੈਠੇ ਹੋਏ ਨਿਹੰਗ ਸਿੰਘ ਜੀ, ਅਮਨ ਸਿੰਘ ਜੀ, ਤੇ ਨਾਲ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਫੁਲਕਾ ਛਕ ਰਹੇ ਨੇ। ਹਾਲਾਂਕਿ ਉਸ ਫੋਟੋ ਦੇ ਵਿੱਚ ਨਿਹੰਗ ਸਿੰਘ ਜਿਹੜੇ ਨੇ ਉਹਨਾਂ ਨੇ ਮੂੰਹ ਬੰਨਿਆ ਹੋਇਆ ਤੇ ਦੇਖਿਆ ਜਾ ਸਕਦਾ ਹੈ ਕਿ ਉਹ ਬੈਠੇ ਹੋਏ ਨੇ ਤੇ ਬਾਕੀ ਛਕ ਰਹੇ ਨੇ। ਖੈਰ ਇੱਕੋ ਟੇਬਲ ਤੇ ਬੈਠੇ ਹੋਏ ਨੇ ਤੇ ਜਿਹੜੀ ਉਹਨਾਂ ਨੂੰ ਸਾਹਮਣੇ ਵਾਲੀ ਕੁਰਸੀ ਜਿਹੜੀ ਆ ਉਹ ਮਿਲੀ ਹੋਈ ਆ, ਉੱਥੇ ਪ੍ਰਾਈਮ ਕੁਰਸੀ ਮਿਲੀ ਹੋਈ ਆ ਜੀ। ਹੁਣ ਪੂਰੇ ਬਾਣੇ ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਇਹ ਮੁਖੀ ਕੇਂਦਰੀ ਖੇਤੀਬਾੜੀ ਮੰਤਰੀ ਕੋਲ ਕੀ ਕਰਨ ਗਏ ਨੇ ਤੇ ਇਹ ਫੋਟੋਆਂ ਹੁਣ ਵਾਇਰਲ ਹੋਈਆਂ ਨੇ। ਤੇ ਉਹਨਾਂ ਦਾ ਨਾਮ ਜਿਹੜਾ ਹੈ ਸ਼ਾਇਦ ਕਿਸੇ ਨੂੰ ਘੱਟ ਪਤਾ ਹੋਵੇ, ਪਤਾ ਤਾਂ ਹੋਵੇਗਾ ਕਿ ਇਸ ਨਾਂ ਦੇ ਜਾਂ ਜਿਹੜਾ ਨਿਹੰਗ ਜਥਾ ਹੈ ਉੱਥੇ ਬੈਠਾ ਹੋਇਆ ਹੈ ਤੇ ਉਹਨਾਂ ਦੇ ਆਗੂ ਨੇ। ਤੇ ਇਹ ਆਗੂ ਜਿਹੜੇ ਨੇ ਇਹ ਕੌਣ ਨੇ, ਕਿਹੜੀ ਜਗ੍ਹਾ ਤੇ, ਮੋਰਚੇ ਤੇ ਵੀ ਬਹੁਤ ਸਾਰੀ ਖੁੱਲੀ ਜਗ੍ਹਾ ਹੈ ਤੇ ਕਿੱਥੇ ਬੈਠੇ ਹੋਏ ਨੇ, ਕਿੱਥੇ ਕੋ ਉਹਨਾਂ ਦਾ ਡੇਰਾ ਲੱਗਾ ਹੋਇਆ, ਛਾਉਣੀਆਂ ਕਿੱਥੇ ਪਾਈਆਂ ਹੋਈਆਂ ਨੇ ਸਿੰਘਾਂ ਨੇ। ਪਰ ਇਹ ਜਦੋਂ ਫੋਟੋ ਛਾਪੀ ਗਈ ਤਾਂ ਫਿਰ ਚੁੱਪਚਾਪ ਛਾ ਗਈ ਕੁਝ ਸਮੇਂ ਵਾਸਤੇ। ਇਹ ਇੰਟਰਨੈਟ ਤੇ ਪਹਿਲਾਂ ਆ ਗਈ ਸੀ ਲੇਕਿਨ ਪ੍ਰਿੰਟ ਮੀਡੀਆ ਵਿੱਚ ਜਿਹੜੀ ਹੈ ਬਾਅਦ ਆਈ ਹੈ ਜੀ। ਔਰ ਉਹਨਾਂ ਨੇ ਕਿਹਾ ਕਿ ਸਾਡੇ ਕੋਲ 3 ਫੋਟੋਆਂ ਨੇ। ਫੋਟੋਆਂ ਤੇ ਹੋਰ ਵੀ ਹੋ ਸਕਦੀਆਂ ਨੇ, ਫੋਟੋਆਂ ਬੜੀਆਂ ਸਾਫ਼ ਸੁਥਰੀਆਂ ਨੇ, ਕੋਈ ਉਸ ਵਿੱਚੋਂ ਕੋਈ ਮੁੱਕਰ ਵੀ ਨਹੀਂ ਸਕਦਾ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਉੱਥੇ ਨਹੀਂ ਸੀ, ਜਾਂ ਫੋਟੋ ਮੇਰੀ ਨਹੀਂ ਹੈ, ਜਾਂ ਕ੍ਰੌਪ ਕੀਤੀ ਗਈ ਹੈ, ਜਾਂ ਮਾਮਲਾ ਕੁਝ ਹੋਰ ਸੀ।
ਇਸ ਮੀਟਿੰਗ ਜਿਹੜੀ ਹੈ ਇਸ ਦੇ ਬਾਬਤ ਇਹ ਆਖਿਆ ਗਿਆ ਕਿ ਇਹ ਕਿਸਾਨ ਅੰਦੋਲਨ ਦੇ ਬਾਬਤ ਸੀ ਤੇ ਇਸ ਦੇ ਵਿੱਚ ਕੇਂਦਰੀ ਮੰਤਰੀ ਨੂੰ ਮਿਲਣ ਵਾਸਤੇ ਉਹ ਗਏ ਹੋਏ ਸਨ। ਹੁਣ ਬਾਬਾ ਜੀ ਨੇ ਮੰਤਰੀ ਦੇ ਘਰ ਖਾਣਾ ਖਾਧਾ। ਜੇ ਉਹਨਾਂ ਨੇ ਉੱਥੇ ਜਾਣਾ ਸੀ ਤੇ ਕੀ ਖਾਣੇ ਦਾ ਵੀ ਪ੍ਰੋਗਰਾਮ ਸੀ ਵਿੱਚ? ਜੀ। ਸਥਾਨਕ ਭਾਜਪਾ ਪੰਜਾਬ ਦੇ ਜਿਹੜੇ ਆਗੂ ਨੇ ਕੀ ਉਹਨਾਂ ਨੂੰ ਲੈ ਕੇ ਗਏ ਨੇ? ਹੂੰ। ਇਹ ਵੀ ਸਵਾਲ ਉੱਠਦੇ ਨੇ। ਪਰ ਨਾਲ ਦੀ ਨਾਲ ਇਹ ਵੀ ਆਖਿਆ ਗਿਆ ਕਿ ਜਿਹੜੇ ਬਾਬਾ ਜੀ ਕਹਿੰਦੇ ਸੀ ਕਿ ਜਿਹੜੇ ਅਸੀਂ ਕਿਸਾਨਾਂ ਦੀ ਮਦਦ, ਬਾਅਦ ਵਿੱਚ ਜਿਹੜੇ ਉਹਨਾਂ ਦੇ ਬਿਆਨ ਆਉਂਦੇ ਨੇ ਕਤਲੇਆਮ ਤੋਂ ਬਾਅਦ, ਹੂੰ ਹੂੰ। ਉਸ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਤੇ ਭਾਈ ਕਿਸਾਨਾਂ ਦੀ ਮਦਦ ਵਾਸਤੇ ਬੈਠੇ ਹੋਏ ਹਾਂ। ਜੀ। ਸਾਡਾ ਉਹ ਸਰਕਾਰ ਨਾਲ ਕੀ ਗੱਲ ਕਰਦੇ ਨੇ, ਸਰਕਾਰ ਨਾਲ ਉਹਨਾਂ ਦੀ ਕੀ ਨਿਬੜਦੀ ਹੈ, ਸਾਨੂੰ ਕੋਈ ਮਤਲਬ ਨਹੀਂ ਹੈ। ਸਾਨੂੰ ਤੇ ਉਹਨਾਂ ਦਾ ਹੁਕਮ ਹੈ, ਹੂੰ। ਅਸੀਂ ਉਹਨਾਂ ਦੀ ਮਦਦ ਦੇ ਵਿੱਚ, ਸਪੋਰਟ ਦੇ ਵਿੱਚ ਇੱਥੇ ਬੈਠੇ ਹੋਏ ਹਾਂ। ਪਰ ਅੰਦਰ ਖਾਤੇ ਬਾਬਾ ਜੀ ਜਾ ਕੇ ਮਿਲਦੇ ਰਹੇ ਨੇ ਤੇ ਉੱਥੇ ਕੀ ਗੱਲ ਉਹਨਾਂ ਨਾਲ ਕੀਤੀ ਹੈ ਖੇਤੀਬਾੜੀ ਮੰਤਰੀ ਸਾਹਿਬ ਨਾਲ, ਤੇ ਉਦੋਂ ਜਨਤਕ ਕਿਉਂ ਨਾ ਕੀਤੀ ਗਈ? ਇਸ ਮਾਮਲੇ ਤੇ ਉਹਨਾਂ ਨੂੰ ਜਵਾਬ ਦੇਣੇ ਥੋੜੇ ਜਿਹਾ ਹਾਲ ਦੀ ਘੜੀ ਔਖੇ ਹੋਏ ਪਏ ਨੇ। ਜੀ। ਪਰ ਫੋਟੋਆਂ ਆਈਆਂ ਨੇ, ਵਾਇਰਲ ਹੋਈਆਂ ਨੇ, ਇਸ ਵਿੱਚੋਂ ਜਵਾਬ ਉਨੇ ਨਹੀਂ ਆਉਣਗੇ ਜਿੰਨੇ ਸਵਾਲ ਖੜੇ ਹੋ ਗਏ ਨੇ। ਬਿਲਕੁਲ। ਕੇਂਦਰੀ ਮੰਤਰੀ ਦੇ ਨਾਲ ਇਸ ਤਰ੍ਹਾਂ ਡਾਢਾ ਰਿਸ਼ਤਾ, ਤੇ ਨਾਲ ਗੁਰਮੀਤ ਸਿੰਘ ਪਿੰਕੀ ਕੈਟ। ਹੂੰ। ਗੁਰਮੀਤ ਸਿੰਘ ਕੈਟ ਜਿਹੜਾ ਹੈ, ਇਸ ਦੇ ਬਾਰੇ ਨਾਮ ਤੋਂ ਹੀ ਜ਼ਾਹਰ ਹੈ ਕਿ ਕੈਟ ਰਿਹਾ ਪੁਲਿਸ ਦਾ। ਜੀ। ਜਨਰਲ ਪੰਜਾਬ ਦੇ ਡੀਜੀਪੀ ਜੂਲੀਅਸ ਫਰਨਾਂਡਿਸ ਰਿਬੇਰੋ ਨੇ ਜਦੋਂ ਖਾੜਕੂਵਾਦ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਕੈਟ ਪੈਦਾ ਕੀਤੇ, ਉਹਨਾਂ ਵਿੱਚੋਂ ਇੱਕ ਗੁਰਮੀਤ ਸਿੰਘ ਵੀ ਸੀ। ਹੂੰ। ਗੁਰਮੀਤ ਸਿੰਘ ਨੇ ਬਾਅਦ ਵਿੱਚ ਸਰਕਾਰ ਤੋਂ ਥੋੜ੍ਹਾ ਜਿਹਾ ਬਾਕੀ ਹੋ ਕੇ ਫਿਰ ਉਹਨਾਂ ਦਾ ਖੁਲਾਸਾ ਕਰਨਾ ਸ਼ੁਰੂ ਕੀਤਾ। ਜੀ। ਇਹ ਵੀ ਆਖਿਆ ਉਸਨੇ, ਬਿਆਨ ਦਿੱਤੇ ਹੋਏ ਨੇ ਸਰਕਾਰੇ ਦਰਬਾਰੇ, ਕਿ ਸੁਮੇਧ ਸਿੰਘ ਸੈਣੀ ਤੇ ਜਿਹੜਾ ਹੈ ਇਸਨੇ ਹੱਥੀਂ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਹੋਈਆਂ ਨੇ ਹੂੰ। ਤੇ ਇਹ ਖੁਦ ਕਾਤਲ ਹੈ। 50 ਤੋਂ ਵੱਧ ਜਿਹੜੇ ਝੂਠੇ ਮੁਕਾਬਲੇ ਨੇ ਪੰਜਾਬ ਦੇ ਨੌਜਵਾਨਾਂ ਦੇ, ਉਹਨਾਂ ਦਾ ਮੈਂ ਗਵਾਹ ਆ, ਇਹ ਗੱਲ ਉਹ ਆਖਦੇ ਰਹੇ ਨੇ। ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜੇਲ੍ਹ ਦੇ ਵਿੱਚ ਉਹਨਾਂ ਦੀ ਮੁਲਾਕਾਤਾਂ ਵੀ ਹੁੰਦੀਆਂ ਨੇ। ਇੱਕ ਪੱਤਰਕਾਰ ਦੀ ਕੁੱਟਮਾਰ ਦਾ ਮਾਮਲਾ ਆਉਂਦਾ ਤੇ ਫਿਰ ਗੁਰਮੀਤ ਸਿੰਘ ਪਿੰਕੀ ਕੈਟ ਸਾਹਮਣੇ ਆਉਂਦੇ ਨੇ। ਜੀ। ਪਰ ਗੁਰਮੀਤ ਸਿੰਘ ਪਿੰਕੀ ਕੈਟ ਜਿਹੜੇ ਨੇ, ਜੇ ਇਹ ਵੀ ਕਿਹਾ ਜਾਂਦਾ ਸੀ ਕਿ ਰਿਬੇਰੋ ਨੇ ਬਹੁਤ ਸਾਰੇ ਅਜਿਹੇ ਵਿਅਕਤੀਆਂ ਨੂੰ ਪੁਲਿਸ ਵਿੱਚ ਭਰਤੀ ਕਰ ਲਿਆ ਜੋ ਖਾਸ ਜਿਨ੍ਹਾਂ ਨੇ ਕੋਈ ਪੁਲਿਸ ਦੀ ਟ੍ਰੇਨਿੰਗ ਹਾਸਲ ਨਹੀਂ ਸੀ ਕੀਤੀ ਹੋਈ, ਹੂੰ ਹੂੰ। ਪਰ ਉਹ ਕੁਝ ਉਹਨਾਂ ਸਰਕਾਰ ਲਈ ਕੰਮ ਕਰ ਸਕਦੇ ਸਨ। ਉਹਨਾਂ ਨੌਜਵਾਨਾਂ ਦੇ ਬਾਰੇ ਜਾਣਦੇ ਸਨ, ਉਹਨਾਂ ਦੇ ਥਹੁ ਟਿਕਾਣਿਆਂ ਬਾਰੇ, ਪਤਿਆਂ ਬਾਰੇ, ਉਹਨਾਂ ਦੇ ਕਾਰਨਾਮਿਆਂ ਬਾਰੇ, ਤੇ ਜੇ ਉਹ ਜਾਣਦੇ ਸਨ ਤੇ ਪੁਲਿਸ ਨੂੰ ਜਾਂ ਸਰਕਾਰ ਨੂੰ ਉਹਨਾਂ ਦੀ ਲੋੜ ਸੀ ਜੀ। ਤੇ ਰਿਬੇਰੋ ਨੇ ਉਹਨਾਂ ਨੂੰ ਕਾਬੂ ਕਰਕੇ ਆਪਣੇ ਕੋਲ ਸ਼ਾਮਿਲ ਕਰ ਲਿਆ ਤੇ ਪੁਲਿਸ ਵਿੱਚ ਭਰਤੀ ਕਰ ਲਿਆ, ਜਾਂ ਉਹਨਾਂ ਨੂੰ ਕੋਈ ਅਹੁਦੇ ਦੇ ਦਿੱਤੇ, ਜਾਂ ਕੋਈ ਸਰਕਾਰੀ ਦਰਬਾਰੇ ਕੋਈ ਉਹਨਾਂ ਨੂੰ ਹੋਰ ਜਿਹੜਾ ਸੀ ਅਹੁਦਾ ਦੇ ਦਿੱਤਾ ਗਿਆ। ਹੂੰ। ਗੁਰਮੀਤ ਸਿੰਘ ਪਿੰਕੀ ਕੈਟ ਉਹਨਾਂ ਵਿੱਚੋਂ ਨੇ। ਪਰ ਜਦੋਂ ਇਹ ਫਿਰ ਇਹਨਾਂ ਦੀਆਂ ਹੌਲੀ-ਹੌਲੀ ਪਰਤਾਂ ਖੁੱਲਣੀਆਂ ਸ਼ੁਰੂ ਹੁੰਦੀਆਂ ਨੇ ਤੇ ਪਤਾ ਲੱਗਦਾ ਹੈ ਕਿ ਇਹ ਕੋਈ ਬਹੁਤ ਵੱਡਾ ਇੱਕ ਜੋ ਵਿਸ਼ਾਲ ਜਾਲ ਹੋਵੇ ਤੇ ਉਸ ਦੇ ਵਿੱਚ ਇੱਕ ਛੋਟੀ ਜਿਹੀ ਤੰਦ ਜਿਹੜੀ ਹੈ ਉਹ ਗੁਰਮੀਤ ਸਿੰਘ ਪਿੰਕੀ ਕੈਟ ਹੈ। ਹਾਲਾਂਕਿ ਉਹਨਾਂ ਦੇ ਕੀਤੇ ਹੋਏ ਕੰਮ ਜਾਂ ਉਹਨਾਂ ਦੀ ਭੂਮਿਕਾ ਜਿਹੜੀ ਹੈ ਸਾਰੇ ਘਟਨਾਕ੍ਰਮ ਦੇ ਵਿੱਚ, ਉਹਨੂੰ ਅਸੀਂ ਨੇਗੇਟ ਕਰਕੇ ਨਹੀਂ ਦੇਖ ਸਕਦੇ, ਉਹਨੂੰ ਕੱਟ ਕਰਕੇ ਨਹੀਂ ਦੇਖ ਸਕਦੇ। ਜੀ। ਉਸ ਦੀ ਜਾਂਚ ਤੇ ਚੱਲਦੀ ਰਹਿੰਦੀ ਹੈ। ਕਈ ਕੇਸ ਬਣੇ ਹੋਏ ਨੇ, ਜੇਲ੍ਹ ਦੇ ਵਿੱਚ ਵੀ ਉਹ ਰਹੇ ਨੇ, ਕਦੇ ਬਰਖਾਸਤ ਹੋ ਜਾਂਦੇ ਨੇ, ਕਦੇ ਬਹਾਲ ਹੋ ਜਾਂਦੇ ਨੇ। ਇਹ ਸਰਕਾਰਾਂ ਜਾਣਦੀਆਂ ਨੇ, ਸਮੇਂ ਦੀਆਂ ਕਾਂਗਰਸ ਸਰਕਾਰਾਂ, ਅਕਾਲੀ ਸਰਕਾਰਾਂ, ਕੇਂਦਰ ਸਰਕਾਰ ਜਾਣਦੀ ਹੈ ਕਿ ਗੁਰਮੀਤ ਸਿੰਘ ਪਿੰਕੀ ਕੈਟ ਦੀ ਅਸਲ ਹੈਸੀਅਤ ਹੈ ਕੀ ਹੈ ਜੀ। ਤੇ ਉਹ ਕਿਸ ਕੈਪੈਸਿਟੀ ਦੇ ਵਿੱਚ ਜਿਹੜੇ ਨੇ। ਨਿਹੰਗ ਅਮਨ ਸਿੰਘ ਤੇ ਆਪਾਂ ਮੰਨ ਲੈਂਦੇ ਹਾਂ ਕਿ ਉਹ ਮਿਲਣ ਗਏ ਨੇ, ਹੋਰ ਵੀ ਆਗੂ ਕਿਉਂਕਿ ਖੇਤੀਬਾੜੀ ਮੰਤਰੀਆਂ ਨੂੰ ਜਾਂ ਮੰਤਰੀਆਂ ਨੂੰ ਮਿਲਦੇ ਰਹੇ ਨੇ, ਹੂੰ ਹੂੰ। ਪਰ ਨਾਲ ਗੁਰਮੀਤ ਸਿੰਘ ਪਿੰਕੀ ਕੈਟ ਦਾ ਖੇਤੀਬਾੜੀ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਦੇ ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਮੁਜਰਮਾਨਾ ਰਿਕਾਰਡ ਜਿਹੜਾ ਗਿਣਿਆ ਜਾਂਦਾ ਹੈ ਪੰਜਾਬ ਦੇ ਵਿੱਚ, ਉਹਨਾਂ ਦਾ ਉੱਥੇ ਕੀ ਕੰਮ ਹੈ? ਜੀ। ਇਸ ਗੱਲ ਤੇ ਨਾਲ ਬਹੁਤ ਜ਼ਿਆਦਾ ਸਵਾਲ ਖੜੇ ਹੁੰਦੇ ਨੇ। ਹੂੰ। ਇਹ ਵੀ ਦੱਸਿਆ ਜਾਂਦਾ ਹੈ ਕਿ ਨਿਹੰਗ ਅਮਨ ਸਿੰਘ ਵੀ ਕੁਝ ਕਤਲ ਦੇ ਮਾਮਲੇ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਰਹੇ ਨੇ ਹੂੰ। ਤੇ ਉਸ ਜੇਲ੍ਹ ਦੇ ਵਿੱਚ ਇਹਨਾਂ ਦੀ ਆੜੀ ਜਿਹੜੀ ਹੈ ਉਹ ਬਣ ਜਾਂਦੀ ਹੈ ਗੁਰਮੀਤ ਸਿੰਘ ਪਿੰਕੀ ਕੈਟ ਦੇ ਨਾਲ। ਜੀ। ਤੇ ਉਦੋਂ ਤੋਂ ਇਹਨਾਂ ਦੇ ਸੰਬੰਧ ਨੇ, ਜਾਣਦੇ ਨੇ ਇੱਕ ਦੂਸਰੇ ਨੂੰ, ਪਛਾਣਦੇ ਨੇ ਚੰਗੀ ਤਰ੍ਹਾਂ, ਮਿਲਦੇ ਗਿਲਦੇ ਰਹਿੰਦੇ ਨੇ ਤੇ ਉਦੋਂ ਦੇ ਨੇ। ਤੇ ਕੀ ਕੇਂਦਰੀ ਮੰਤਰੀ ਨੂੰ ਮਿਲਾਉਣ ਵਾਲੇ ਪਿੰਕੀ ਕੈਟ ਸਨ ਜਾਂ ਪੰਜਾਬ ਦੇ ਉਹ ਸਥਾਨਕ ਭਾਜਪਾ ਆਗੂ ਸਨ? ਤੇ ਇਸੇ ਤਰ੍ਹਾਂ ਕੈਨੇਡਾ ਵਸਦੇ ਇੱਕ ਵਿਅਕਤੀ ਦਾ ਨਾਮ ਵੀ ਵਿੱਚ ਆਉਂਦਾ ਹੈ ਕਿ ਉਹ ਵੀ ਇਸੇ ਤੰਦ ਦੇ ਵਿੱਚ ਜੁੜਿਆ ਹੋਇਆ ਹੈ ਜੀ। ਤੇ ਉਸ ਦੇ ਵੀ ਜਿਹੜੇ ਨੇ ਸੰਬੰਧ ਸਰਕਾਰਾਂ ਦੇ ਨਾਲ ਦੱਸੇ ਜਾਂਦੇ ਨੇ ਕਿ ਉਹ ਵੀ ਇਸ ਗੱਲ ਦੇ ਵਿੱਚ ਸ਼ਾਮਲ ਹੈ ਕਿ ਲੋਕਾਂ ਨੂੰ ਜਿਹੜਾ ਹੈ ਕਿਵੇਂ ਸਰਕਾਰਾਂ ਤੱਕ ਜਿਹੜਾ ਹੈ ਜੋੜ ਕੇ ਰੱਖਣਾ ਹੈ। ਹੂੰ। ਇਹ ਸਾਰੀ ਸਰਕਾਰਾਂ ਕੋਲ ਇਹੋ ਜਿਹੇ ਤੰਤਰ ਜਿਹੜੇ ਨੇ ਹੁੰਦੇ ਨੇ। ਹੁਣ ਸਪਸ਼ਟੀਕਰਨ ਅਜੇ ਤੱਕ ਜਿਹੜਾ ਹੈ ਥੋੜੇ ਕੁ ਬੰਦਿਆਂ ਨੇ ਦਿੱਤਾ ਹੈ ਤੇ ਉਹਦੇ ਬਾਰੇ ਅਸੀਂ ਫੇਰ ਗੱਲ ਕਰਦੇ ਹਾਂ। ਜੀ। ਤੇ ਜਿਹੜੀ ਇਹ ਮੀਟਿੰਗ ਆ, ਜਿਹੜੀ ਇਹ ਫੋਟੋ ਵਾਇਰਲ ਹੋ ਰਹੀ ਆ, ਇਹਦੇ ਬਾਰੇ ਕਾਂਗਰਸ ਤਾਂ ਅੱਡੀਆਂ ਚੁੱਕ ਕੇ ਰੌਲਾ ਪਾ ਰਹੀ, ਕਿਸੇ ਭਾਜਪਾਈ ਨੇ ਸਫਾਈ ਨਹੀਂ ਦਿੱਤੀ? ਭਾਜਪਾਈ ਜਿਹੜੇ ਨੇ ਅਜੇ ਤੱਕ ਕੋਈ ਸਫਾਈ ਖਾਸ ਨਹੀਂ ਦਿੱਤੀ, ਪਰ ਇੱਕ ਭਾਜਪਾਈ ਬੋਲੇ ਨੇ। ਬੜੀ ਹੈਰਾਨੀ ਦੀ ਗੱਲ ਹੈ ਸਵਰੀਨ ਜੀ ਕਿ ਹਰਜੀਤ ਗਰੇਵਾਲ ਜਦੋਂ ਸਾਡੇ ਪੱਤਰਕਾਰ ਭਾਈ ਉਹਨਾਂ ਕੋਲ ਜਾਂਦੇ ਸੀ ਜੀ। ਜਾਂ ਕਿਤੇ ਟੱਕਰ ਜਾਂਦੇ ਸੀ, ਉਹ
ਤੇ ਉਹ ਇਸ ਤਰ੍ਹਾਂ ਲੱਗਦਾ ਸੀ ਕਿ ਇਹਨਾਂ ਨੇ ਪੱਤਰਕਾਰ ਨੂੰ ਹੁਣੇ ਫੜਿਆ ਤੇ ਦੋ ਚਾਰ ਕਸੋਨੇ ਛੱਡ ਦੇਣਗੇ ਪੱਤਰਕਾਰ ਦੇ। ਹੂੰ ਇਸ ਤਰ੍ਹਾਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ। ਔਰ ਔਰ ਹਰਜੀਤ ਗਰੇਵਾਲ ਨੇ ਜਿਸ ਤਰ੍ਹਾਂ ਦੇ ਬਿਆਨ ਪਿਛਲੇ 1 ਸਾਲ ਤੋਂ ਦਾਗੇ ਨੇ, ਉਹਨਾਂ ਨੂੰ ਇਨਾਮ ਤੇ ਮਿਲ ਚੁੱਕਾ ਹੈ। ਭਾਜਪਾ ਦੀ ਕੌਮੀ ਪੱਧਰ ਤੇ ਉਹਨਾਂ ਦੀ ਪਛਾਣ ਬਣ ਚੁੱਕੀ ਹੈ। ਜੀ ਭਾਜਪਾ ਦੇ ਵਫਾਦਾਰ ਸਿਪਾਹੀ ਵਜੋਂ ਉਹਨਾਂ ਨੂੰ ਹੁਣ ਜਾਣਿਆ ਜਾਂਦਾ ਹੈ ਕਿ ਇਹ ਗੱਲ ਕਰਨਗੇ ਠੋਕ ਕੇ ਭਾਜਪਾ ਦੇ ਹੱਕ ਦੀ। ਤੇ ਜਿਹਨੂੰ ਵੀ ਕੁਝ ਕਹਿਣਾ ਹੋਇਆ ਤੇ ਹੁਣ ਹਰਜੀਤ ਸਿੰਘ ਗਰੇਵਾਲ ਨੂੰ ਮਾੜਾ ਜਿਹਾ ਦੱਸਣ ਦੀ ਲੋੜ ਹੈ। ਹਰਜੀਤ ਸਿੰਘ ਗਰੇਵਾਲ ਪਿੱਛੇ ਨਹੀਂ ਹਟਣਗੇ। ਜੀ ਪਰ ਜੇ ਹਰਜੀਤ ਸਿੰਘ ਗਰੇਵਾਲ ਜਿਹੜੇ ਇੰਨਾ ਮੂੰਹ ਫਟ ਤਰੀਕੇ ਨਾਲ ਬੋਲੇ ਨੇ 1 ਸਾਲ ਤੋਂ, ਤੇ ਹੁਣ ਸੁਰ ਜਰਾ ਕੁ ਉਹਨਾਂ ਦੇ ਨਰਮ ਪਏ ਨੇ। ਜੀ ਉਹ ਕਹਿੰਦੇ ਨੇ ਡਿਪਲੋਮੈਟਿਕ ਹੋ ਗਏ ਨੇ ਹੁਣ। ਉਹ ਸ਼ਾਇਦ ਉਹਨਾਂ ਦਾ ਕਾਰਜਕਾਰਨੀ ਦੇ ਵਿੱਚ ਨਾਮ ਆ ਗਿਆ, ਇਸ ਕਰਕੇ ਹੋ ਗਏ ਨੇ। ਉਹ ਕਹਿੰਦੇ ਦੇਖੋ ਜੀ, ਇਹ ਤੇ ਮਿਲਦੇ ਹੀ ਰਹਿੰਦੇ ਨੇ ਆਗੂ ਜਿਹੜੇ ਹੁੰਦੇ ਨੇ। ਇਹ ਤੇ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਮਿਲੇ ਸੀ, ਬਲਵੀਰ ਸਿੰਘ ਰਾਜੇਵਾਲ ਨੂੰ ਵੀ ਮਿਲੇ ਸੀ, ਜੀ ਹੋਰਨਾਂ ਵੀ ਉਹਨੂੰ ਵੀ ਮਿਲੇ ਸੀ। ਉਹ 3-4 ਬੰਦਿਆਂ ਦੀ ਸੂਚੀ ਉਹਨਾਂ ਨੇ ਗਿਣਾ ਦਿੱਤੀ ਹੈ। ਤੇ ਤੁਸੀਂ ਅੱਜ ਰਾਜੇਵਾਲ ਸਾਹਿਬ ਦਾ ਨਾਂ ਲੈ ਕੇ ਨਾਲ ਉਹਨਾਂ ਦਾ ਕਿਸੇ ਹੋਰ ਦਾ ਨਾਮ ਲੈ ਕੇ ਜੋੜ ਰਹੇ ਕਿ ਉਹ ਮਿਲੇ ਸੀ ਤੇ ਇਹ ਵੀ ਮਿਲ ਸਕਦੇ ਨੇ। ਉਹੀ ਰਾਜੇਵਾਲ ਨੇ ਜਿਨ੍ਹਾਂ ਨੂੰ ਤੁਸੀਂ ਸਵਾ ਸਾਲ ਤੋਂ ਭੰਡ ਰਹੇ ਹੋ, ਜਿਨ੍ਹਾਂ ਦੇ ਖਿਲਾਫ ਬੋਲ ਰਹੇ ਹੋ। ਕਦੀ ਉਹਨਾਂ ਨੂੰ ਤੁਸੀਂ ਕੁਛ ਆਖਦੇ ਹੋ, ਕਦੇ ਤੁਸੀਂ ਕੁਛ ਆਖਦੇ ਹੋ, ਕਦੇ ਕਿਸਾਨਾਂ ਨੂੰ ਅੱਤਵਾਦੀ ਆਖਦੇ ਹੋ। ਇਹ ਉਹੀ ਲੋਕ ਨੇ। ਹੁਣ ਤੁਸੀਂ ਉਹਨਾਂ ਦਾ ਨਾਂ ਦੇ ਕੇ ਨਾਲ ਉਦਾਹਰਨ ਦੇ ਰਹੇ ਹੋ ਕਿ ਉਹ ਵੀ ਗਏ ਸੀ ਤੇ ਫਿਰ ਇਹ ਵੀ ਜਾਏ ਨੇ। ਕੋਈ ਇਹੋ ਜਿਹੀ ਗੱਲ ਨਹੀਂ, ਮੇਲ ਗਿਲ ਹੁੰਦੇ ਰਹਿੰਦੇ ਨੇ, ਇਹੋ ਜਿਹੀ ਕੋਈ ਵੱਡੀ ਗੱਲ ਨਹੀਂ। ਪਰ ਇਸ ਦੇ ਨਾਲ ਸਵਾਲ ਬਹੁਤ ਖੜੇ ਹੁੰਦੇ ਨੇ, ਜਿਨ੍ਹਾਂ ਦਾ ਸਪਸ਼ਟੀਕਰਨ ਨਿਹੰਗ ਅਮਨ ਸਿੰਘ ਨੇ ਤਾਂ ਦਿੱਤਾ ਹੈ। ਜੀ ਪਰ ਉਹ ਜਿਹੜੀ ਗੱਲਾਂ ਨੇ ਨਾ, ਉਹ ਹੁਣ ਹਜਮ ਨਹੀਂ ਹੋ ਰਹੀਆਂ ਸਵਲੀਨ ਜੀ। ਉਹਨਾਂ ਨੇ ਕਿਹਾ ਕਿ ਇਹ ਸੱਦਾ ਉਹਨਾਂ ਨੂੰ ਭਾਜਪਾ ਵੱਲੋਂ ਆਇਆ ਸੀ। ਜੇ ਉਹਨਾਂ ਨੂੰ ਭਾਜਪਾ ਵੱਲੋਂ ਸੱਦਾ ਆਇਆ ਸੀ ਤਾਂ ਬਾਬਾ ਜੀ ਨੇ ਹੋਰ ਕਿਸੇ ਨੂੰ ਕੌਨਫੀਡੈਂਸ ਵਿੱਚ ਕਿਉਂ ਨਾ ਲਿਆ। ਜੀ ਯਾਦ ਰੱਖਣ ਵਾਲੀ ਗੱਲ ਹੈ, ਇੱਥੇ ਅਸੀਂ ਜਿੰਨੀ ਹੁਣ ਤੱਕ ਡਿਸਕਸ਼ਨ ਕੀਤੀ ਹੈ, ਇਸ ਵਿੱਚ ਬੇਅਦਬੀ ਤੇ ਕਤਲकांड ਦਾ ਜਿਹੜਾ ਕਤਲੇਆਮ ਦੀ ਜਿਹੜੀ ਗੱਲ ਹੈ, ਅਸੀਂ ਉਹਦੇ ਪੱਖ ਤੋਂ ਨਹੀਂ ਗੱਲ ਕਰ ਰਹੇ। ਜੀ ਅਸੀਂ ਨਿਹੰਗ ਅਮਨ ਸਿੰਘ ਦੀ ਸਰਕਾਰ ਦੇ ਨਾਲ ਜਿਹੜੀ ਗੱਠਜੋੜ ਹੈ ਉਹਦੇ ਬਾਰੇ ਗੱਲ ਕਰ ਰਹੇ ਹਾਂ। ਅਮਨ ਸਿੰਘ ਤੇ ਇਹ ਵੀ ਕਹਿ ਰਹੇ ਨੇ ਕਿ 10 ਲੱਖ ਰੁਪਇਆ ਉਹਨਾਂ ਨੂੰ ਆਫਰ ਕੀਤਾ ਗਿਆ ਸੀ ਅੰਦੋਲਨ ਨੂੰ ਖਦੇੜਨ ਦਾ। ਤੁਸੀਂ ਦੇਖੋ ਸਵਲੀਨ ਜੀ, ਤੁਸੀਂ ਪੰਜਾਬ ਦੇ ਭਾਰਤ ਦੇ ਵਿੱਚ ਇੱਕ ਛੋਟੀ ਤੋਂ ਛੋਟੀ ਕਾਰ ਲੈਣੀ ਹੋਵੇ ਤੇ ਤੁਹਾਨੂੰ ਉਹਦੀ ਕੀਮਤ ਪਤਾ ਹੈ। ਜੀ ਤੁਹਾਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਪਤਾ ਹੈ। ਤੁਸੀਂ ਇੱਕ ਟਰੈਕਟਰ ਲੈਣਾ ਹੋਵੇ ਤਾਂ ਤੁਹਾਨੂੰ ਉਸ ਦੀ ਕੀਮਤ ਪਤਾ ਹੈ। ਜੀ ਤੁਸੀਂ ਸ਼ਾਪਿੰਗ ਕਰਨ ਜਾਣਾ ਹੋਵੇ, ਇੱਕ ਚੰਗਾ ਵਧੀਆ ਫੋਨ ਲੈਣਾ ਹੋਵੇ ਤਾਂ ਤੁਹਾਨੂੰ ਕੀਮਤ ਪਤਾ ਹੈ। ਜਾਣਾ ਹੋਵੇ ਤੁਸੀਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲਣਾ, ਤੇ ਉਹ ਤੁਹਾਨੂੰ ਆਫਰ ਕਰਨ ਕਿ ਇਹ ਮੋਰਚੇ ਨੂੰ ਚੁਕਾਉਣ ਦੇ ਵਿੱਚ ਸਾਡੀ ਮਦਦ ਕਰੋ ਜਾਂ ਤੁਸੀਂ ਇੱਥੋਂ ਨਿਕਲ ਜਾਓ, ਚਲੇ ਜਾਓ, ਤੇ ਰੁਪਈਆ 10 ਲੱਖ ਹੋਵੇ। ਇਹ ਗੱਲ ਹਜਮ ਹੁੰਦੀ ਕਿਸੇ ਪਾਸਿਓਂ? ਮੇਰੇ ਤਾਂ ਨਹੀਂ ਹੋ ਰਹੀ। ਸਾਡੇ ਦਰਸ਼ਕਾਂ ਦੇ ਜਾਂ ਤੁਹਾਡੇ ਹੁੰਦੀ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। 10 ਲੱਖ, ਇਹ ਜੇ ਬਾਬਾ ਜੀ ਨੇ ਕੋਈ ਰਕਮ ਦੱਸਣੀ ਸੀ ਤੇ ਕੋਈ ਇੱਕ ਦੀ ਜ਼ੀਰੋ ਘੱਟੋ ਘੱਟ ਹੋਰ ਉਹਨਾਂ ਨੂੰ ਲਾਉਣੀ ਚਾਹੀਦੀ ਸੀ ਇਸ ਦੇ ਮਗਰ, ਫੇਰ ਗੱਲ ਬਣਦੀ ਸੀ। ਕੇਂਦਰੀ ਖੇਤੀਬਾੜੀ ਮੰਤਰੀ ਨੇ ਜੇ ਉਹਨਾਂ ਨੂੰ 10 ਲੱਖ ਦੀ ਆਫਰ ਉਦੋਂ ਕੀਤੀ ਸੀ ਤੇ ਬਾਬਾ ਜੀ ਹੁਣ ਕਿਉਂ ਬੋਲੇ ਨੇ? ਜੇ ਬਾਬਾ ਜੀ ਨੇ ਜਾਣਾ ਸੀ ਤੇ ਕਿਸੇ ਨੂੰ ਕੌਨਫੀਡੈਂਸ ਵਿੱਚ ਕਿਉਂ ਨਾ ਲਿਆ? ਜੇ ਜਾਣ ਤੋਂ ਪਹਿਲਾਂ ਨਹੀਂ ਦੱਸਣਾ ਸੀ ਤੇ ਬਾਅਦ ਵਿੱਚ ਆ ਕੇ ਕਿਉਂ ਨਾ ਦੱਸਿਆ ਗਿਆ? ਹਰਜੀਤ ਸਿੰਘ ਗਰੇਵਾਲ ਜਿਹੜੀ ਗੱਲ ਕਰਦੇ ਨੇ ਕਿ ਫਲਾਨਾ ਹੀ ਮਿਲ ਕੇ ਆਇਆ, ਕਿ ਉਹ ਲੋਕੇ ਮਿਲਣ ਗਏ ਸੀ? ਉਹ ਤਾਂ ਸ਼ਰੇਆਮ ਗਏ ਨੇ, ਸ਼ਰੇਆਮ ਦੱਸ ਕੇ ਗਏ ਨੇ। ਕਿਸਾਨਾਂ ਦੀ ਸਹਿਮਤੀ ਨਾਲ ਗਏ ਨੇ, ਸੰਯੁਕਤ ਕਿਸਾਨ ਮੋਰਚੇ ਦੀ ਨਾਲ। ਇਹ ਬਾਬਾ ਜੀ ਨੇ ਜਿਹੜੀ ਮੀਟਿੰਗ ਕੀਤੀ ਹੈ, ਇੱਕ ਕਿਸਮ ਦੀ ਗੁਪਤ ਮੀਟਿੰਗ ਆ। ਤੇ ਹਰਜੀਤ ਸਿੰਘ ਗਰੇਵਾਲ ਜਿਹੜੀ ਗੱਲ ਕਰਦੇ ਨੇ ਜਾਂ ਉਸ ਤੋਂ ਬਾਅਦ ਕਿਹੜੇ ਕੀ ਬੋਲਿਆ, ਅਸੀਂ ਹਜੇ ਗੱਲ ਜਾਰੀ ਰੱਖਾਂਗੇ। ਕੁਲਦੀਪ ਜੀ, ਇਹ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ ਕਿ ਹਰਜੀਤ ਸਿੰਘ ਗਰੇਵਾਲ ਦੇ ਸੁਰ ਜਿਹੜੇ ਉਹ ਨਰਮ ਪੈ ਗਏ ਨੇ, ਤੇ ਹੋਰ ਵੀ ਕੋਈ ਬੋਲਿਆ ਇਸ ਫੋਟੋ ਤੇ ਇਸ ਮੀਟਿੰਗ ਨੂੰ ਲੈ ਕੇ? ਦੇਖੋ, ਕਾਫੀ ਸਾਰੇ ਲੋਕ ਬੋਲੇ ਨੇ, ਪਰ ਜਿਹੜੀ ਤਾਜ਼ਾ ਰਿਪੋਰਟ ਹੈ ਹੁਣ ਤੱਕ ਦੀ, ਉਸ ਮੁਤਾਬਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪਹਿਲਾਂ ਪ੍ਰਤੀਕਰਮ ਆ ਗਿਆ ਸੀ। ਉਸ ਦਾ ਜਵਾਬ ਵੀ ਬਾਬਾ ਅਮਨ ਸਿੰਘ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਇਹੋ ਕਹਿੰਦੇ ਨੇ, ਇੱਕ ਲਫ਼ਜ਼ ਉਹ ਬਾਰ-ਬਾਰ ਵਰਤਦੇ ਨੇ ਬਾਬਾ ਅਮਨ ਸਿੰਘ, ਕਲੀਅਰ ਕਰ ਦੇਵਾਂਗੇ, ਸਭ ਕੁਝ ਕਲੀਅਰ ਕਰਨਾ ਪਏਗਾ, ਕਲੀਅਰ ਹੋ ਜਾਵੇਗਾ। ਤੇ ਢੱਡਰੀਆਂ ਵਾਲਿਆਂ ਨੂੰ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਸਾਡੇ ਨਾਲ ਬੈਠੋ, ਸਾਡੇ ਨਾਲ ਗੱਲਬਾਤ ਕਰੋ ਤੇ ਕਲੀਅਰ ਹੋ ਜਾਊ ਸਾਰਾ ਕੁਝ, ਬੈਠ ਕੇ ਗੱਲਬਾਤ ਕਰੋ। ਪਰ ਜਿਹੜੇ ਗੱਲ ਕਾਂਗਰਸ ਨੇ ਕੀਤੀ ਹੈ, ਕਾਂਗਰਸ ਦੇ ਆਗੂ ਨੇ, ਰਣਦੀਪ ਸਿੰਘ ਸੁਰਜੇਵਾਲਾ ਨੇ ਗੱਲ ਕੀਤੀ ਹੈ, ਤੇ ਉਹਨਾਂ ਨੇ ਕਿਹਾ ਕਿ ਜਿਹੜਾ ਦੇਖੋ ਜੀ, ਇਹ ਮਾੜੀ ਗੱਲ ਹੈ ਤੇ ਮੋਦੀ ਸਰਕਾਰ ਜਿਹੜੀ ਹੈ ਇਸ ਤਰ੍ਹਾਂ ਕੰਮ ਕਰ ਰਹੀ ਹੈ। ਹਰਜੀਤ ਸਿੰਘ ਗਰੇਵਾਲ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ। ਪਰ ਇੰਟਰਸਟਿੰਗ ਜਿਹੜਾ ਬਿਆਨ ਹੈ ਸੁਨੀਲ ਜਾਖੜ ਦਾ ਆਇਆ।
ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ, ਹੂੰ ਤੇ ਫਿਰ ਉਹਨਾਂ ਨੇ ਥੱਲੇ ਅੰਗਰੇਜ਼ੀ ਦੇ ਵਿੱਚ ਲਿਖਿਆ ਏ ਮੈਨ ਇਜ਼ ਨੋਨ ਬਾਈ ਦ ਕੰਪਨੀ ਹੀ ਕੀਪਸ, ਮੋਦੀ ਗਵਰਨਮੈਂਟ ਇਜ਼ ਡੀਲਿੰਗ ਥਰੂ ਸ਼ੇਡੀ ਕਰੈਕਟਰਸ। ਉਹਨਾਂ ਨੇ ਇਹ ਗੱਲ, ਇਹਦਾ ਮਤਲਬ ਇਹ ਹੈ ਕਿ ਜਿਹੜਾ ਵਿਅਕਤੀ ਹੈ ਉਹ ਕਿਹੋ ਜਿਹੇ ਵਿਅਕਤੀਆਂ ਨਾਲ ਦੋਸਤੀ ਰੱਖਦਾ ਹੈ, ਉਸ ਤੋਂ ਉਸਦੇ ਕਰੈਕਟਰ ਦਾ ਪਤਾ ਲੱਗਦਾ ਹੈ, ਜੀ ਚਰਿੱਤਰ ਦਾ ਪਤਾ ਲੱਗਦਾ ਹੈ। ਹੂੰ ਤੇ ਮੋਦੀ ਸਰਕਾਰ ਜਿਹੜੀ ਹੈ ਸ਼ੱਕੀ ਕਿਰਦਾਰਾਂ ਵਾਲੇ ਲੋਕਾਂ ਦੇ ਥਰੂ ਡੀਲ ਕਰ ਰਹੀ ਆ, ਉਹਨਾਂ ਦੇ ਜ਼ਰੀਏ ਕੰਮ ਕਰ ਰਹੀ ਹੈ। ਜੀ ਹੁਣ ਇਹ ਗੱਲ ਚਲੋ ਜਾਖੜ ਸਾਹਿਬ ਨੂੰ ਲੱਗੀ ਹੈ, ਕਾਂਗਰਸ ਸਰਕਾਰਾਂ 'ਚ ਵੀ ਇਹੋ ਜਿਹੇ ਦੋਸ਼ ਜਿਹੜੇ ਨੇ ਲੱਗਦੇ ਰਹੇ ਨੇ, ਸਰਕਾਰਾਂ ਬਹੁਤ ਵਾਰੀ ਇਹੋ ਜਿਹੇ ਕੰਮ ਕਰਦੀਆਂ ਨੇ। ਹੂੰ ਗੱਲ ਸਰਕਾਰ ਦੀ ਨਹੀਂ ਅਸੀਂ ਹੁਣ ਕਰ ਰਹੇ, ਜੀ ਨਿਹੰਗ ਅਮਨ ਸਿੰਘ ਦੀ ਕਰ ਰਹੇ ਹਾਂ। ਉਹਨਾਂ ਨੇ ਜਵਾਬ ਆਪਣੇ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੁਝ ਜ਼ਿਆਦਾ ਸਪਸ਼ਟੀਕਰਨ ਦੇ ਨਹੀਂ ਸਕੇ। ਉਹਨਾਂ ਨੂੰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਫੋਟੋ ਜਾਂ ਵੀਡੀਓ ਸਾਹਮਣੇ ਆ ਜਾਵੇ। ਹੂੰ ਜਦੋਂ ਕਿਸਾਨ ਆਗੂਆਂ ਨੇ ਕਿਹਾ ਹੋਇਆ ਸੀ ਕਿ ਸਾਡਾ ਭਾਜਪਾ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਹੈ, ਅਸੀਂ ਭਾਜਪਾ ਨਾਲ ਅਸੀਂ ਕੋਈ ਗੱਲ ਅਜੇ ਤੱਕ ਨਹੀਂ ਤੋਰਨੀ, ਭਾਜਪਾ ਆਗੂ ਨਾਲ ਸੰਬੰਧ ਸਾਨੂੰ ਨਹੀਂ ਰੱਖਣੇ ਅਸੀਂ ਵੀ, ਜੀ ਤੇ ਬਾਬਾ ਜੀ ਸੰਯੁਕਤ ਕਿਸਾਨ ਮੋਰਚੇ ਨੂੰ ਕੀ ਕੌਨਫੀਡੈਂਸ ਵਿੱਚ ਲੈ ਕੇ ਉੱਥੇ ਗਏ ਸੀ? ਕਿਸਾਨ ਮੋਰਚੇ ਨੇ ਅਜੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਜੀ ਜੇ ਤੁਸੀਂ ਪੁੱਛ ਰਹੇ ਹੋ ਨਾ ਕਿ ਕੌਣ-ਕੌਣ ਬੋਲਿਆ, ਸੰਯੁਕਤ ਕਿਸਾਨ ਮੋਰਚੇ ਨੇ ਅਜੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਹੂੰ ਉਹ ਬੋਲਣਗੇ ਕਿ ਨਹੀਂ ਇਸ ਬਾਰੇ ਵੀ ਪਤਾ ਨਹੀਂ। ਜੀ ਆਮ ਆਦਮੀ ਪਾਰਟੀ, ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਇਹਨਾਂ ਚੋਂ ਵੀ ਅਜੇ ਤੱਕ ਕੋਈ ਨਹੀਂ ਬੋਲਿਆ। ਹੂੰ ਕਾਂਗਰਸ ਵਾਲੇ ਬੋਲੇ ਨੇ ਤੇ ਨਾਲ ਜਿਹੜਾ ਹੈ ਭਾਜਪਾ ਵਾਲੇ ਨੇ ਬੋਲੇ ਨੇ। ਜੀ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਧੰਦਾਂ ਇਸ ਦੀਆਂ ਕਿੱਧਰ ਨੂੰ ਜਾ ਰਹੀਆਂ ਨੇ, ਜੁੜ ਰਹੀਆਂ ਨੇ, ਕੌਣ-ਕੌਣ ਸਰਕਾਰ ਨਾਲ ਜੁੜਿਆ ਹੋਇਆ ਹੈ, ਹੂੰ ਕੌਣ ਸਰਕਾਰ ਨਾਲ ਨਹੀਂ ਜੁੜਿਆ ਹੋਇਆ, ਤੇ ਕੌਣ ਸੰਘਰਸ਼ ਕਰ ਰਿਹਾ ਤੇ ਕੌਣ ਅੰਦਰ ਖਾਤੇ ਜਾ ਕੇ ਮਿਲ ਰਿਹਾ, ਇਹ ਸਾਰੀਆਂ ਪਰਤਾਂ ਖੁੱਲਣੀਆਂ ਸੌਖੀਆਂ ਨਹੀਂ। ਪਰ ਹੌਲੀ-ਹੌਲੀ ਜ਼ਮਾਨਾ ਜਿਹੜਾ ਹੈ, ਡਿਜੀਟਲ ਮੀਡੀਆ ਦਾ ਜ਼ਮਾਨਾ ਹੈ, ਇਸ ਦੇ ਜ਼ਰੀਏ ਕਾਫੀ ਕੁਝ ਗੱਲਾਂ ਪਤਾ ਲੱਗ ਸਕਦੀਆਂ ਨੇ। ਜੀ ਪਰ ਹੁਣ ਜਦੋਂ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਜੇ ਕਿਸਾਨਾਂ ਨੇ ਕਿਹਾ ਹੋਇਆ ਸੀ ਕਿ ਅਸੀਂ ਮਿਲ-ਜੋਲ ਨਹੀਂ ਰੱਖਣਾ, ਹੂੰ ਫਿਰ ਤੁਸੀਂ ਕਿਉਂ ਜਾਂਦੇ ਹੋ? ਬਿਲਕੁਲ ਜੇ ਤੁਹਾਨੂੰ ਉੱਥੇ 10 ਲੱਖ ਦੀ ਆਫਰ ਦਿੱਤੀ ਜਾਂਦੀ ਹੈ ਤੇ ਤੁਸੀਂ ਖਾਣਾ ਖਾਣ ਕਿਉਂ ਬੈਠਦੇ ਹੋ? ਹੂੰ ਜੇ ਤੁਹਾਨੂੰ ਉੱਥੇ 10 ਲੱਖ ਦੀ ਆਫਰ ਦਿੱਤੀ ਜਾਂਦੀ ਹੈ ਤੇ ਤੁਸੀਂ ਉਦੋਂ ਬਾਹਰ ਆ ਕੇ ਕਿਉਂ ਨਾ ਗੱਲ ਕੀਤੀ? ਜੀ ਤੇ ਤੁਸੀਂ ਜਿਹੜਾ ਸਰੋਪਾ ਜਾਂ ਲੋਈ ਜਿਹੜਾ ਸਨਮਾਨ ਉੱਥੋਂ ਲਿਆ ਹੋਇਆ ਸੀ, ਉੱਥੇ ਵਾਪਸ ਕਿਉਂ ਨਾ ਕੀਤਾ? ਹੂੰ ਤੁਸੀਂ ਖੜੇ ਹੋ ਕੇ ਫੋਟੋਆਂ ਕਿਉਂ ਖਿਚਵਾ ਰਹੇ ਹੋ? ਇਹ ਸਾਰੀਆਂ ਗੱਲਾਂ ਦੇ ਜਵਾਬ ਜਿਹੜੇ ਨੇ ਬਾਬਾ ਅਮਨ ਸਿੰਘ ਦੇਣਗੇ ਜਾਂ ਨਹੀਂ ਦੇਣਗੇ, ਇਹ ਵੀ ਪਤਾ ਨਹੀਂ। ਪਰ ਸਵਾਲ ਖੜੇ ਹੋ ਗਏ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਮੈਂ ਫਿਰ ਕਲੀਅਰ ਕਰ ਦੇਵਾਂ ਕਿ ਜੋ ਬੇਅਦਬੀ ਕਾਂਡ ਹੋਇਆ ਹੈ, ਜੋ ਕਤਲੇਆਮ ਹੋਇਆ ਹੈ, ਉਸ ਘਟਨਾ ਤੋਂ ਇਸ ਨੂੰ ਬਿਲਕੁਲ ਅਲੱਗ ਕਰਕੇ ਵੇਖਣਾ ਚਾਹੀਦਾ ਹੈ। ਪਰ ਅਖਬਾਰ ਨੇ ਜਿਹੜੀਆਂ ਅੱਜ ਫੋਟੋਆਂ ਇਹ ਕੱਢੀਆਂ ਨੇ, ਹੋ ਸਕਦਾ ਉਦੋਂ ਵੀ ਕਿਤੇ ਆਈਆਂ ਹੋਣ, ਪਰ ਕਿਸੇ ਨੇ ਧਿਆਨ ਨਾ ਦਿੱਤਾ ਹੋਵੇ। ਹੂੰ ਪਰ ਜ਼ਾਹਿਰਾ ਤੌਰ ਤੇ ਇਦਾਂ ਦੀਆਂ ਹੋਰ ਵੀ ਆ ਸਕਦੀਆਂ। ਕੁਲਦੀਪ ਜੀ, ਇਹ ਤਾਣਾ ਸੁਲਝਣ ਦੀ ਬਜਾਏ ਦਿਨੋਂ ਦਿਨ ਉਲਝਦਾ ਜਾ ਰਿਹਾ ਹੈ। ਹੁਣ ਬੇਅਦਬੀ ਦੇ ਦੋਸ਼ੀ ਨੂੰ ਲੈ ਕੇ ਕੀ ਰੇੜਕਾ ਬਰਕਰਾਰ ਹੈ? ਬੇਅਦਬੀ ਦੇ ਦੋਸ਼ੀ ਜਿਹੜੇ ਲਖਵੀਰ ਸਿੰਘ ਨੇ, ਜੀ ਉਹਨਾਂ ਤੇ ਹੁਣ ਜੋ ਹੋਇਆ ਸਾਰਿਆਂ ਨੂੰ ਪਤਾ ਹੈ। ਹੂੰ ਉਹਨਾਂ ਦੇ ਪਿੰਡ ਤੱਕ ਪੱਤਰਕਾਰ ਪਹੁੰਚੇ ਨੇ ਜੀ ਕਿ ਦੇਖੋ ਜੀ ਆਹ ਉਹਨਾਂ ਦਾ ਪਰਿਵਾਰ ਹੈ। ਸੰਸਕਾਰ ਕਰਨ ਦੀ ਜਦੋਂ ਉਹਨਾਂ ਦੀ ਗੱਲ ਹੁੰਦੀ ਹੈ ਤਾਂ ਅੱਧੀ ਵੱਡੀ ਕੱਟੀ ਜਿਹੜੀ ਲਾਸ਼ ਹੈ ਉਹਨਾਂ ਦੀ, ਹੂੰ ਉਹ ਪਿੰਡ ਦੇ ਵਿੱਚ ਪਿੰਡ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਪਿੰਡ ਦੇ ਵਿੱਚ ਸੰਸਕਾਰ ਨਹੀਂ ਕਰਨ ਦੇਵਾਂਗੇ। ਬਿਲਕੁਲ ਹੂੰ ਖੈਰ ਚਲੋ, ਰਾਤ ਦੇ ਹਨੇਰੇ ਦੇ ਵਿੱਚ ਜਾਂ ਕਿਸੇ ਤਰੀਕੇ ਉਸ ਦਾ ਸੰਸਕਾਰ ਕੀਤਾ ਗਿਆ। ਨਸ਼ੇੜੀ ਕਿਸਮ ਦਾ ਉਹ ਬੰਦਾ ਸੀ, ਇਹ ਵੀ ਗੱਲਾਂ ਆਖੀਆਂ ਜਾ ਰਹੀਆਂ ਨੇ। ਬਿਲਕੁਲ। ਪਰਿਵਾਰ ਤੋਂ ਅਲੱਗ ਰਹਿ ਰਿਹਾ ਸੀ, ਬੱਚੀਆਂ ਨੇ ਉਸਦੀਆਂ, ਪਤਨੀ ਉਸਦੀ ਛੱਡ ਕੇ ਜਾ ਚੁੱਕੀ ਹੈ, ਭੈਣ ਦੇ ਰਹਿੰਦਾ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਵਿਅਕਤੀਗਤ ਤੌਰ ਤੇ ਉਸਦੀ ਸਟੋਰੀ ਜਿਹੜੀਆਂ ਨੇ ਸਾਹਮਣੇ ਆਈਆਂ। ਪਰ ਹੁਣ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਜਿਹੜੇ ਨੇ ਉਹ ਨਿਕਲੇ ਨੇ। ਉਹਨਾਂ ਨੇ ਪਰਿਵਾਰ ਨਾਲ ਆ ਕੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇੱਕ ਮਰਨ ਕਿਨਾਰੇ ਜਿਹੜਾ ਵਿਅਕਤੀ ਸੀ, ਉਹ ਆਪਣੀ ਗੱਲ ਦੱਸਣੀ ਚਾਹੁੰਦਾ ਸੀ, ਹੂੰ ਆਪਣੀ ਕਹਾਣੀ ਬਿਆਨ ਕਰਨਾ ਚਾਹੁੰਦਾ ਸੀ, ਪਰ ਕਿਸੇ ਨੇ ਸੁਣੀ ਨਹੀਂ। ਜੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 1 ਕਰੋੜ ਰੁਪਇਆ ਜਿਹੜਾ ਹੈ ਪਰਿਵਾਰ ਨੂੰ ਦਿੱਤਾ ਜਾਵੇ ਹੂੰ ਤੇ ਅੰਤਮ ਰਸਮਾਂ ਜਿਹੜੀਆਂ ਹਨ ਸਹੀ ਤਰੀਕੇ ਨਾਲ ਨਿਭਾਉਣ ਦਿੱਤੀਆਂ ਜਾਣ। ਤੇ ਜੀ ਜਦ ਕਿ ਅੰਤਮ ਰਸਮਾਂ ਤੇ ਹੋ ਚੁੱਕੀਆਂ ਨੇ ਜਾਂ ਅੰਤਮ ਅਰਦਾਸ ਦੀ ਗੱਲ ਉਹ ਸ਼ਾਇਦ ਕਰ ਰਹੇ ਹੋਣ। ਹੁਣ ਇਸ ਮਾਮਲੇ ਦੇ ਵਿੱਚ ਵਿਜੇ ਸਾਂਪਲਾ ਜਿਹੜੇ ਨੇ, ਵਿਜੇ ਸਾਂਪਲਾ ਨੇ ਵੀ ਆਵਾਜ਼ ਉਠਾਈ ਹੈ। ਉਹਨਾਂ ਨੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਹੈ। ਉਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਦੇਖੋ, ਉਸ ਨੂੰ ਮੁਜਰਮ ਬਣਾ ਦਿੱਤਾ ਗਿਆ ਹੈ ਵਿਅਕਤੀ ਨੂੰ। ਅਸੀਂ ਮੰਨਦੇ ਹਾਂ ਕਿ ਬੇਅਦਬੀ ਬਹੁਤ ਮਾੜੀ ਗੱਲ ਹੈ, ਹੂੰ ਪਰ ਜਿੰਨੀ ਦੇਰ ਤੱਕ ਕਾਨੂੰਨ ਕਿਸੇ ਨੂੰ ਮੁਜਰਮ ਹੋਣ ਦੀ ਸਜ਼ਾ ਨਹੀਂ ਦਿੰਦਾ, ਜੀ ਕਾਨੂੰਨ ਦੇ ਤੌਰ ਤੇ ਉਸ ਨੂੰ ਸਾਬਤ ਨਹੀਂ ਕਰ ਦਿੱਤਾ ਜਾਂਦਾ ਕਿ ਉਹ ਵਿਅਕਤੀ ਵਾਕਈ ਮੁਜਰਮ ਸੀ, ਉਨੀ ਦੇਰ ਤੱਕ ਉਹ ਬੇਗੁਨਾਹ ਹੈ। ਹੂੰ ਤੇ ਉਸ ਦੀ ਅੰਤਮ ਅਰਦਾਸ ਜਿਹੜੀ ਹੈ ਉਹ ਹੋਣ ਦਿੱਤੀ ਜਾਵੇ ਤੇ ਸਿੱਖ ਰਹੁ ਰੀਤਾਂ ਦੇ ਅਨੁਸਾਰ ਜਿਹੜਾ ਹੈ ਉਸ ਦੀ ਅਰਦਾਸ ਜਿਹੜੀ ਆ ਹੋਣੀ ਚਾਹੀਦੀ ਹੈ। ਜੀ ਹੁਣ ਨਾਲੇ ਕਿਹਾ ਕਿ ਪੁਲਿਸ ਦੀ ਪੜਤਾਲ ਤੱਕ ਤਾਂ ਵੇਟ ਕਰੋ, ਜੇ ਕੋਰਟ ਦੀ ਕਾਰਵਾਈ ਤੱਕ ਨਹੀਂ ਤੁਸੀਂ ਉਡੀਕਣਾ। ਹੂੰ ਪੁਲਿਸ ਦੀ ਪੜਤਾਲ ਵਿੱਚ ਅਗਰ ਉਸ ਨੂੰ ਦੋਸ਼ੀ ਪਾਇਆ ਜਾਂਦਾ ਤਾਂ ਫਿਰ ਤੁਸੀਂ ਬੇਸ਼ੱਕ ਨਾ ਕਰੋ, ਹੂੰ ਤੁਸੀਂ ਪੰਥ ਚੋਂ ਛੇਕ ਦਿਓ, ਜੋ ਮਰਜ਼ੀ ਕਰਨਾ ਜੋ ਕਰ ਲਓ। ਜੀ ਖੈਰ ਹੁਣ ਉਸ ਦੀ ਹੁਣ ਮੌਤ ਹੋ ਚੁੱਕੀ ਹੈ, ਪਰਿਵਾਰ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਪਰ ਕੀ ਉਸ ਦੀ ਅੰਤਮ ਅਰਦਾਸ ਹੋਵੇਗੀ ਸਿੱਖ ਰਹੁ ਰੀਤਾਂ ਦੇ ਮੁਤਾਬਕ? ਹੂੰ ਕੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਜਾਣਗੇ? ਜੀ ਕੀ ਉਸ ਅੰਤਮ ਅਰਦਾਸ ਹੋਵੇਗੀ ਤੇ ਕੋਈ ਭਾਈ ਜੀ ਅਰਦਾਸ ਕਰਨਗੇ ਉਹਨਾਂ ਦਾ ਨਾਮ ਲੈ ਕੇ? ਇਸ ਗੱਲਾਂ ਇਹ ਜਿਹੜੀਆਂ ਹਨ, ਇਹ ਘਟਨਾ ਦੇ ਵਿੱਚੋਂ ਦਲਿਤ ਭਾਈਚਾਰੇ ਵਾਲਾ ਐਂਗਲ ਜਿਹੜਾ ਨਿਕਲ ਕੇ ਜੋ ਬਹੁਤ ਜ਼ਿਆਦਾ ਆ ਰਿਹਾ ਸੀ, ਜੀ ਉਹ ਥੋੜਾ ਜਿਹਾ ਤੇ ਠੰਡਾ ਪਿਆ ਹੈ।
ਕਿ ਇਹ ਗੱਲ ਨਹੀਂ ਹੈ। ਇਹ ਜੇ ਬੇਅਦਬੀ ਦੀ ਘਟਨਾ ਹੋਈ ਹੈ ਤੇ ਬਹੁਤ ਸਾਰੇ ਗਰਮ ਖਿਆਲੀ ਜਿਹੜੇ ਵੀ ਲੋਕ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ, ਜਿਹੜੇ ਭਾਵੇਂ ਕਿ ਇਸ ਘਟਨਾ ਨੂੰ ਜਾਇਜ਼ ਵੀ ਠਹਿਰਾ ਰਹੇ ਹੋਣ, ਉਹ ਵੀ ਇਹ ਕਹਿ ਰਹੇ ਨੇ ਕਿ ਦੇਖੋ, ਜੇ ਇਹ ਬੇਅਦਬੀ ਇਸ ਦੇ ਵਿੱਚ ਦਲਿਤ ਦਾ ਨਾਮ ਨਹੀਂ ਹੈ, ਜੇ ਕੋਈ ਵੀ ਹੁੰਦਾ ਤਾਂ ਉਸ ਨਾਲ ਇੰਜ ਹੋ ਸਕਦਾ ਸੀ। ਜੀ ਬਿਲਕੁਲ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਜੇ ਇਫ ਐਂਡ ਬਟਸ ਹੈ ਕਿ ਇਸ ਤਰ੍ਹਾਂ ਹੁੰਦਾ ਤੇ ਫਿਰ ਕੀ ਹੁੰਦਾ। ਪਰ ਮੈਂ ਸਮਝਦਾ ਫਿਰ ਉਹੀ ਗੱਲ ਜਿਹੜੀ ਸੀ ਪਹਿਲੇ ਦਿਨ ਕੀਤੀ ਸੀ ਕਿ ਸਬੂਤ ਜਿਹੜੇ ਨੇ ਉਹ ਆਪਣੇ ਹੱਥੀਂ ਮਿਟਾ ਦਿੱਤੇ, ਜੋ ਮੌਕੇ ਤੇ ਜੋ ਉਸ ਵਿਅਕਤੀ ਨੂੰ ਜਿਹੜਾ ਮਾਰ ਦਿੱਤਾ ਗਿਆ, ਕਤਲ ਉਸਦਾ ਹੋ ਗਿਆ। ਤੇ ਜੇ ਉਹ ਜਿਉਂਦਾ ਹੁੰਦਾ ਤੇ ਕਾਨੂੰਨ ਦੇ ਹਵਾਲੇ ਕੀਤਾ ਹੁੰਦਾ ਤੇ ਫਿਰ ਸਾਡੇ ਕੋਲ, ਜਾਂ ਅਸੀਂ ਉਹਦੀ ਕੋਈ ਵੀਡੀਓ ਰਿਕਾਰਡਿੰਗ ਕੀਤੀ ਹੁੰਦੀ ਤੇ ਫਿਰ ਉਹ ਕੁਝ ਬੋਲਦਾ ਤੇ ਫਿਰ ਅਸੀਂ ਕੁਝ ਗੱਲ ਕਰ ਸਕਦੇ ਸੀ। ਹੁਣ ਜਿਹੜਾ ਹੈ ਬਹੁਤ ਸਾਰੀਆਂ ਗੱਲਾਂ ਤੇ ਮਿੱਟੀ ਪੈ ਜਾਣ ਦਾ ਖਦਸ਼ਾ ਹੈ। ਜੀ, ਜਦੋਂ ਤੋਂ ਇਹ ਸਿੰਘੂ ਬਾਰਡਰ ਕਾਂਡ ਜਿਹੜਾ ਵਾਪਰਿਆ ਆ, ਉਦੋਂ ਤੋਂ ਲਗਾਤਾਰ ਮੰਗ ਉੱਠ ਰਹੀ ਹੈ ਕਿ ਨਿਹੰਗ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਸਿੰਘੂ ਬਾਰਡਰ ਤੋਂ ਉਠਾ ਦੇਣਾ ਚਾਹੀਦਾ ਆ। ਤੁਹਾਨੂੰ ਲੱਗਦਾ ਵੀ ਨਿਹੰਗ ਸਿੰਘ ਸਿੰਘੂ ਬਾਰਡਰ ਛੱਡ ਦੇਣਗੇ? ਦੇਖੋ, ਗੱਲ ਇਹ ਅਸਲੀਨ ਜੀ, 27 ਤਰੀਕ ਨੂੰ ਕਹਿੰਦੇ ਨੇ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਮੀਟਿੰਗ ਰੱਖੀ ਹੋਈ ਹੈ ਜੀ, ਕਿ ਅਸੀਂ ਉਦੋਂ ਫੈਸਲਾ ਕਰਨਾ ਹੈ ਕਿ ਅਸੀਂ ਸਿੰਘੂ ਬਾਰਡਰ ਛੱਡਣਾ ਹੈ ਕਿ ਨਹੀਂ ਛੱਡਣਾ। ਆਪਸ 'ਚ ਫੈਸਲਾ ਕਰਨਾ। ਆਪਸ 'ਚ ਕਹਿੰਦੇ ਨੇ ਕਿ ਫੈਸਲਾ ਕਰਨਾ। ਹੋ ਸਕਦਾ ਹੈ ਇੰਨੇ ਦਿਨ ਲਏ ਨੇ, ਅੱਜ 19 ਤਰੀਕ ਹੈ, 7-8 ਦਿਨ ਮੰਗੇ ਹੋਏ ਨੇ ਨਿਹੰਗ ਜਥੇਬੰਦੀਆਂ ਨੇ, ਤੇ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਵੀ ਇਸ ਬਾਬਤ ਕੋਈ ਮੀਟਿੰਗ ਹੋਵੇ। ਮੈਂ ਕਿ ਆਪ ਜੀ ਨੂੰ ਜਾਣਕਾਰੀ ਦੇਣੀ ਚਾਹੁੰਦਾ, ਮੇਰੀ ਇੱਕ ਕਿਸਾਨ ਆਗੂ ਨਾਲ ਗੱਲਬਾਤ ਹੋ ਰਹੀ ਸੀ ਜੀ, ਮੈਂ ਨਾਮ ਨਹੀਂ ਉਹਨਾਂ ਦਾ ਦੱਸਣਾ ਚਾਹਾਂਗਾ, ਜੋ ਪ੍ਰਮੁੱਖ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਉੱਥੇ ਕੇਂਦਰ ਸਰਕਾਰ ਨਾਲ ਮੀਟਿੰਗ ਵਾਸਤੇ ਜਾਂਦੀਆਂ ਰਹੀਆਂ ਨੇ, ਉਹਨਾਂ ਵਿੱਚੋਂ ਇੱਕ ਆਗੂ ਦਾ ਇਹ ਕਹਿਣਾ ਸੀ ਕਿ ਇਸ ਘਟਨਾ ਨਾਲ ਇੱਕ ਤੇ ਅਸੀਂ ਕਨਫਿਊਜ਼ਡ ਹਾਂ, ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕੀ ਜਵਾਬ ਦੇਈਏ ਤੇ ਕੀ ਆਖੀਏ, ਤੇ ਸਾਨੂੰ ਸਪਸ਼ਟੀਕਰਨ ਦੇਣੇ ਪੈ ਰਹੇ ਨੇ, ਪਰ ਸਾਨੂੰ ਬਹੁਤੀ ਜਗ੍ਹਾ ਤੇ ਚੁੱਪ ਰਹਿਣਾ ਪੈ ਰਿਹਾ। ਅਸੀਂ ਦਿੱਲੀ ਮੋਰਚੇ ਤੋਂ ਧਿਆਨ ਹਟਾ ਕੇ ਸਾਨੂੰ ਆਸੇ-ਪਾਸੇ ਕਰਨਾ ਪੈ ਰਿਹਾ, ਔਰ ਉਹ ਜਿਹੜਾ ਸਿੰਘੂ ਮੋਰਚਾ ਦਿਨ-ਦਿਨ ਕਮਜ਼ੋਰ ਹੁੰਦਾ ਜਾ ਰਿਹਾ। ਉਹਨਾਂ ਨੇ ਇਹ ਗੱਲ ਕੀਤੀ ਕਿ ਇਸ ਸਾਰੇ ਘਟਨਾਕ੍ਰਮ ਦੇ ਨਾਲ ਲਖੀਮਪੁਰ ਖੀਰੀ ਦੀ ਘਟਨਾ ਤੇ ਵੀ ਕਾਫੀ ਹੱਦ ਤੱਕ ਪਰਦਾ ਪੈ ਗਿਆ। ਬਿਲਕੁਲ, ਉਸ ਦਾ ਜ਼ਿਕਰ ਜਿਹੜਾ ਬਹੁਤ ਘਟ ਗਿਆ, ਭਾਵੇਂ ਕਿ ਕਿਸਾਨਾਂ ਨੇ ਇੱਕ ਦਿਨ ਕੁਝ ਘੰਟਿਆਂ ਵਾਸਤੇ ਰੇਲਾਂ ਰੋਕੀਆਂ ਨੇ, ਪੂਰੇ ਭਾਰਤ ਵਿੱਚ ਰੋਕਣ ਦੇ ਯਤਨ ਤਾਂ ਨਹੀਂ ਹੋਏ, ਮੈਂ ਸਮਝਦਾ। ਇਸ ਕਰਕੇ ਮੈਂ ਨਹੀਂ ਹੋਇਆ ਆਖਿਆ ਕਿਉਂਕਿ ਕੋਈ ਸਟੇਟਾਂ ਤੇ ਸੁੱਤੀਆਂ ਪਈਆਂ ਨੇ ਪਹਿਲੇ ਦਿਨ ਤੋਂ, ਉੱਥੇ ਕੁਝ ਹੋ ਨਹੀਂ ਰਿਹਾ, ਭਾਵੇਂ ਉਹ ਗੈਰ ਬੀਜੇਪੀ ਸਟੇਟਾਂ ਵੀ ਹਨ ਜਿਵੇਂ ਮਹਾਰਾਸ਼ਟਰ ਵਗੈਰਾ, ਪਰ ਅੰਦਰ ਖਾਤੇ ਉੱਤੇ ਕੁਝ ਹੋ ਨਹੀਂ ਰਿਹਾ। ਯੂਪੀ ਦੇ ਵਿੱਚ ਹੈ ਅੰਦੋਲਨ, ਹਰਿਆਣੇ ਦੇ ਵਿੱਚ ਹੈ, ਤੇ ਪੰਜਾਬ 'ਚ ਹੈ, ਤੇ ਕੁਝ ਕਿਸੇ ਹੱਦ ਤੱਕ ਰਾਜਸਥਾਨ ਦੇ ਵਿੱਚ ਹੈ। ਹੁਣ ਜੇ ਇਹ ਸਾਰੇ ਸੰਯੁਕਤ ਕਿਸਾਨ ਮੋਰਚੇ ਨਾਲ ਹੋ ਸਕਦਾ ਹੈ ਕਿ ਨਿਹੰਗ ਸਿੰਘਾਂ ਦੀ ਕੋਈ ਮੀਟਿੰਗ ਹੋਵੇ ਕਿ ਭਾਈ ਅਸੀਂ ਉੱਥੇ ਟਿਕੇ ਰਹਿਣਾ ਜਾਂ ਇੱਥੋਂ ਨਿਕਲ ਜਾਣਾ, 27 ਤਰੀਕ ਨੂੰ ਕੋਈ ਫੈਸਲਾ ਵਾਕਿਆ ਹੀ ਕਰਦੇ ਨੇ ਜਾਂ ਫੇਰ ਪੈਂਡਿੰਗ ਰੱਖ ਲੈਂਦੇ ਨੇ। ਕੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਹਨ, ਨਿਹੰਗ ਜਥੇਬੰਦੀਆਂ ਇੱਕਮਤ ਹੋਣਗੀਆਂ, ਇਸ ਬਾਰੇ ਵੀ ਕਹਿਣਾ ਮੁਸ਼ਕਲ ਹੈ। ਜਿਹੜਾ ਕਿ ਜਾਪਦਾ ਹੈ ਕਿ ਹੋ ਸਕਦਾ ਹੈ ਕਿ ਇੱਕ ਜਥੇਬੰਦੀ ਕੋਈ ਕਹਿ ਦੇਵੇ ਠੀਕ ਆ ਭਾਈ ਅਸੀਂ ਜਾ ਰਹੇ ਹਾਂ, ਅਸੀਂ ਇੱਥੇ ਨਹੀਂ ਰੁਕਦੇ, ਜੇ ਕਿਸਾਨਾਂ ਨੂੰ ਸਾਡੀ ਲੋੜ ਨਹੀਂ ਤੇ ਅਸੀਂ ਕਿਉਂ ਰੁਕਣਾ। ਪਰ ਇੱਕ ਇੰਟਰਸਟਿੰਗ ਫੈਕਟ ਮੈਂ ਤੁਹਾਡੇ ਨਾਲ ਜਿਹੜਾ ਸਾਂਝਾ ਕਰਨਾ ਚਾਹੁੰਦਾ, ਤੁਹਾਨੂੰ ਯਾਦ ਹੈ ਪਿਛਲੇ ਸਾਲ ਦਾ ਉਹ ਸਮਾਂ, ਜਾਂ ਤਕਰੀਬਨ ਸਾਲ ਹੀ ਹੋ ਗਿਆ ਇਸ ਗੱਲ ਨੂੰ, ਸਾਲ ਤਾਂ ਨਹੀਂ ਚਲੋ ਹੋਇਆ, ਕੁਝ ਮਹੀਨੇ ਘੱਟ ਹੋਏ ਹੋਣਗੇ, ਜਦੋਂ ਬਲਵੀਰ ਸਿੰਘ ਰਾਜੇਵਾਲ ਨੇ ਸਟੇਜ ਤੋਂ ਇੱਕ ਭਾਸ਼ਣ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਦੇਖੋ ਇਹ ਕਿਸਾਨਾਂ ਦਾ ਅੰਦੋਲਨ ਹੈ, ਇੱਥੇ ਕੋਈ ਵੀ ਧਾਰਮਿਕ ਝੰਡਾ ਜਾਂ ਕੋਈ ਹੋਰ ਨਿਸ਼ਾਨ ਜਿਹੜਾ ਉਹਨਾਂ ਦੀ ਪ੍ਰਦਰਸ਼ਨੀ ਇੰਨੀ ਜ਼ਿਆਦਾ ਨਾ ਕਰੋ। ਇਹ ਕੋਈ ਧਾਰਮਿਕ ਅੰਦੋਲਨ ਨਹੀਂ ਹੈ। ਇਹ ਜਿਹੜੇ ਤੁਸੀਂ ਝੰਡੇ ਲਾਏ ਹੋਏ ਨੇ ਇੱਥੇ ਟਾਵਰਾਂ ਦੇ ਉੱਪਰ ਜਾਂ ਕੋਈ ਹੋਰ ਜਿਹੜੇ ਨੇ, ਜਾਂ ਨਿਸ਼ਾਨ ਸਾਹਿਬ ਕਈ ਜਗ੍ਹਾ ਤੇ ਲਗਾ ਦਿੱਤੇ ਗਏ ਨੇ, ਝੰਡੇ ਜਿਹੜੇ ਨੇ ਕਿਸਾਨੀ ਤੋਂ ਬਿਨਾਂ ਵੀ ਕਈ ਹੋਰ ਲੱਗੇ ਹੋਏ ਸਨ, ਮੈਂ ਧਾਰਮਿਕ ਝੰਡਿਆਂ ਦੀ ਵੀ ਨਹੀਂ ਗੱਲ ਕਰ ਰਿਹਾ। ਉਹਨੂੰ ਕਿਹਾ ਕਿ ਇਸ ਨੂੰ ਬਿਲਕੁਲ ਜਿਹੜਾ ਹੈ ਕਿਸਾਨੀ ਅੰਦੋਲਨ ਰਹਿਣ ਦਿਓ, ਸਾਨੂੰ ਆਪਣੀਆਂ ਮੰਗਾਂ ਤੇ ਗੱਲ ਸਰਕਾਰ ਨਾਲ ਕਰਨ ਦਿਓ। ਹੁਣ ਉਹਨਾਂ ਨੇ ਗੱਲ ਆਖੀ ਸੀ ਤੇ ਨਾਲ ਨਿਹੰਗ ਸਿੰਘਾਂ ਨੂੰ ਉਹਨਾਂ ਨੇ ਆਖਿਆ ਸੀ ਕਿ ਮੈਂ ਹੱਥ ਬੰਨ੍ਹ ਕੇ ਇਹਨਾਂ ਨੂੰ ਬੇਨਤੀ ਕਰਦਾ, ਨਿਹੰਗ ਸਿੰਘਾਂ ਨੂੰ, ਕੋਈ ਤੁਸੀਂ ਆਏ ਹੋ ਮਦਦ ਲਈ ਸਾਡੀ ਲਈ, ਧੰਨਵਾਦ ਹੈ, ਪਰ ਇਸ ਨਾਲ ਸਾਡਾ ਸੰਦੇਸ਼ ਜਿਹੜਾ ਹੈ ਉਹ ਗਲਤ ਜਾ ਰਿਹਾ ਹੈ। ਤੁਸੀਂ ਇੱਥੇ ਜਿਹੜਾ ਹੈ ਸਿੰਘਾਂ ਦੇ ਅਸਤਰ ਸ਼ਸਤਰ ਜਿਹੜੇ ਨੇ ਇੱਥੇ ਨਾ ਲੈ ਕੇ ਆਓ, ਤੇ ਤੁਸੀਂ ਛੌੜੀਆਂ ਪੁੱਟ ਲਓ ਤੇ ਤੁਸੀਂ ਵਾਪਸ ਜਾ ਸਕਦੇ ਹੋ, ਜੇ ਸਾਨੂੰ ਲੋੜ ਪਈ ਤਾਂ ਤੁਹਾਨੂੰ ਬੁਲਾ ਲਵਾਂਗੇ। ਇਹ ਗੱਲ ਇੱਕ ਦਿਨ ਬਲਵੀਰ ਸਿੰਘ ਰਾਜੇਵਾਲ ਨੇ ਸਟੇਜ ਤੋਂ ਕੀਤੀ ਸੀ ਤੇ ਅਗਲੇ ਦਿਨ ਉਹਨਾਂ ਨੂੰ ਮੁਆਫੀ ਮੰਗਣੀ ਪੈ ਗਈ ਸੀ। ਦੇਖੋ ਹੁਣ ਗੱਲ ਇੱਕ ਹੈ, ਜੇ ਬਾਬਾ ਅਮਨ ਸਿੰਘ ਕਹਿੰਦੇ ਨੇ ਕਿ ਦੇਖੋ ਅਸੀਂ ਤੇ ਕਿਸਾਨਾਂ ਦੀ ਮਦਦ ਦੇ ਵਿੱਚ ਬੈਠੇ ਹੋਏ ਹਾਂ, ਅਸੀਂ ਤਾਂ ਉਹਨਾਂ ਦੀ ਸਪੋਰਟ ਦੇ ਵਿੱਚ ਆਏ ਹਾਂ, ਇੱਕ ਵਿਅਕਤੀ ਕਹਿ ਰਿਹਾ ਕਿ ਨਹੀਂ ਠੀਕ ਹੈ ਵੀ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਨਹੀਂ ਹੈ, ਤੁਸੀਂ ਜਾ ਸਕਦੇ ਹੋ, ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਉਹ ਗੱਲ ਜਿਹੜੀ ਹੈ ਕਲੀਅਰ ਹੋ ਜਾਂਦੀ ਹੈ ਕਿ ਕੌਣ ਕੀ ਸੋਚ ਰਿਹਾ, ਤੇ ਜੇ ਉਹ ਨਹੀਂ ਬੋਲ ਰਿਹਾ ਤੇ ਕਿਉਂ ਨਹੀਂ ਬੋਲ ਰਿਹਾ। ਹੁਣ ਇਹ ਇੰਨੀਆਂ ਸਾਰੀਆਂ ਗੱਲਾਂ ਨੇ, ਪਰ ਮੈਨੂੰ ਜਾਪਦਾ ਨਹੀਂ ਕਿ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹ ਇੰਨੀ ਛੇਤੀ ਉੱਥੋਂ ਵਾਪਸ ਆ ਜਾਣਗੀਆਂ, ਪਰ ਜੇ ਆ ਜਾਂਦੀਆਂ ਨੇ ਤੇ ਕਾਫੀ ਹੱਦ ਤੱਕ ਜਿਹੜਾ ਹੈ ਲੋਕਾਂ ਦੀ ਕਨਸੈਂਟਰੇਸ਼ਨ ਜਿਹੜੀ ਹੈ ਉਹ ਜ਼ਿਆਦਾ ਸੰਯੁਕਤ ਕਿਸਾਨ ਮੋਰਚੇ ਦੁਆਲੇ ਹੋਵੇਗੀ, ਪਰ ਇਸ ਦੇ ਨਾਲ ਕੁਝ ਕੁ ਧਿਰਾਂ ਦੇ ਨਾਰਾਜ਼ ਹੋਣ ਦਾ ਖਦਸ਼ਾ ਵੀ ਬਣਿਆ ਰਹੇਗਾ। ਪਰ ਇਹ ਸਾਰਾ ਜੇ ਕਿਸਾਨ ਆਪ ਉਹਨਾਂ ਨੂੰ ਕਹਿੰਦੇ ਨੇ ਆਗੂ ਨੇ ਕਿ ਭਾਈ ਤੁਸੀਂ ਇੱਥੋਂ ਜਾ ਸਕਦੇ ਹੋ,
ਤੇ ਫਿਰ ਤੇ ਗੱਲ ਹੋਰ ਬਣਦੀ ਹੈ। ਜੀ ਪਰ ਜੇ ਨਿਹੰਗ ਜਥੇਬੰਦੀਆਂ ਆਪਸ ਵਿੱਚ ਸਲਾਹ ਕਰਕੇ ਫੈਸਲਾ ਕਰ ਲੈਣ ਕਿ ਅਸੀਂ ਇੱਥੇ ਰਹਿਣਾ ਨਹੀਂ, ਅਸੀਂ ਵਾਪਸ ਜਾਣਾ, ਤੇ ਹੂੰ ਫਿਰ ਮੇਰਾ ਸ਼ਾਇਦ ਹੈ ਕਿ ਉਸ ਦਾ ਜ਼ਿਆਦਾ ਨੈਗੇਟਿਵ ਇੰਪੈਕਟ ਜਿਹੜਾ ਹੈ, ਉਹ ਜ਼ਿਆਦਾ ਨਾ ਪਵੇ। ਜੀ ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰਦੇ ਹਾਂ ਹੁਣ ਭਾਜਪਾ ਛੱਡ ਕੇ ਤੱਕੜੀ 'ਚ ਤੁਲੇ ਅਨਿਲ ਜੋਸ਼ੀ ਦੀ। ਜਦੋਂ ਤੇ ਉਹ ਭਾਜਪਾ ਵਿੱਚ ਸੀਗੇ ਉਦੋਂ ਤੇ ਕਿਸਾਨਾਂ ਦੀ ਬੜੀ ਹਮਾਇਤ ਕਰਦੇ ਸੀ ਤੇ ਕਾਰਨ ਦੱਸੋ ਨੋਟਿਸ ਵੀ ਦਿੰਦੀ ਆ ਪਾਰਟੀ, ਤੇ ਕਾਰਨ ਦੱਸੋ ਨੋਟਿਸ ਤੇ ਸਵਾਲ ਵੀ ਚੁੱਕਦੇ ਨੇ। ਫਿਰ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਚਲੇ ਗਏ ਤੇ ਹੁਣ ਉਹੀ ਅਨਿਲ ਜੋਸ਼ੀ ਕਿਸਾਨ ਸੰਗਠਨਾਂ ਦੇ ਉੱਤੇ ਸਵਾਲ ਚੁੱਕ ਰਹੇ ਨੇ, ਸੁਰ ਬਦਲ ਗਏ ਨੇ। ਕੀ ਹੈ ਜੀ ਪੂਰਾ ਮਾਮਲਾ? ਸੁਰ ਨਹੀਂ ਬਦਲਦੇ ਕੋਈ ਖਾਸ, ਪਰ ਜਿਵੇਂ ਬੰਦਾ ਕਿਸੇ ਗੱਲ ਤੋਂ ਔਖਾ ਹੋਵੇ ਜੀ ਤੇ ਪਤਾ ਵੀ ਹੋਵੇ ਵੀ ਮੇਰੀ ਗੱਲ ਨਾਲ ਅਸਰ ਕੀ ਹੋ ਸਕਦਾ ਹੈ, ਬੁਰਾ ਅਸਰ ਪੈ ਸਕਦਾ ਹੈ ਪਾਰਟੀ ਤੇ, ਖਾਸ ਤੌਰ ਤੇ ਰਾਜਨੀਤਿਕ ਲੋਕਾਂ ਨੂੰ ਬਹੁਤ ਜਗ੍ਹਾ ਤੇ ਮੂੰਹ ਆਪਣੇ ਬੰਦ ਰੱਖਣੇ ਪੈਂਦੇ ਨੇ। ਬਿਲਕੁਲ। ਕਹਿੰਦੇ ਨੇ ਕਿ ਉਹਨਾਂ ਨੂੰ ਪਤਾ ਬਹੁਤ ਕੁਝ ਹੁੰਦਾ ਹੈ ਤੇ ਫਿਰ ਉਹ ਜ਼ਰੂਰਤ ਮੁਤਾਬਕ ਹੀ ਇਨਫੋਰਮੇਸ਼ਨ ਜਿਹੜੀ ਨੇ ਉਹ ਛੱਡਦੇ ਨੇ। ਹੂੰ ਅਨਿਲ ਜੋਸ਼ੀ ਇਹ ਗਲਤੀ ਥੋੜੀ ਜਿਹੀ ਕਰ ਬੈਠੇ ਨੇ ਕਿ ਇੱਕ ਤਾਂ ਉਹ ਭਾਜਪਾ ਵਿੱਚ ਰਹਿੰਦੇ ਹੋਏ ਕਿਸਾਨਾਂ ਦੇ ਹੱਕ 'ਚ ਬੋਲਦੇ ਰਹੇ ਤੇ ਭਾਜਪਾ ਨੇ ਉਹਨਾਂ ਨੂੰ ਦੂਜਾ ਮੌਕਾ ਨਹੀਂ ਦਿੱਤਾ, ਤੇ ਭਾਜਪਾ ਨੇ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਤੇ ਉਹ ਅਕਾਲੀ ਦਲ ਦੇ ਵਿੱਚ ਆ ਗਏ। ਇਸ ਤਰ੍ਹਾਂ ਦੀ ਦੂਸਰੀ ਉਦਾਹਰਨ ਜਿਹੜੀ ਆ ਵਰੁਣ ਗਾਂਧੀ ਤੇ ਮੇਨਕਾ ਗਾਂਧੀ ਦੀ ਆ। ਉਹਨਾਂ ਨੂੰ ਕੱਢਿਆ ਤਾਂ ਨਹੀਂ ਗਿਆ, ਪਰ ਉਹਨਾਂ ਨੂੰ ਸਜ਼ਾ ਜਿਹੜੀ ਆ ਦੇ ਦਿੱਤੀ ਗਈ, ਕੌਮੀ ਕਾਰਜਕਾਰਨੀ ਦੇ ਵਿੱਚੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਭਾਜਪਾ ਵੱਲੋਂ। ਜੀ ਹੁਣ ਅਨਿਲ ਜੋਸ਼ੀ ਜਿਹੜੇ ਨੇ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਂਦੇ ਨੇ। ਹੂੰ ਅਕਾਲੀ ਦਲ ਜੇ ਪੰਜਾਬ ਦੀ ਰਾਜਨੀਤੀ ਦਾ ਇਸ ਵੇਲੇ ਦੀ ਪਿਕਚਰ ਜਿਹੜੀ ਅੱਜ ਦੀ ਹੈ ਅਕਤੂਬਰ 19 ਦੀ, ਉਸ ਦੇ ਵਿੱਚ ਉਹਨਾਂ ਦੀ ਸਥਿਤੀ ਕੋਈ ਬਹੁਤੀ ਮਜ਼ਬੂਤ ਜਾਪਦੀ ਨਹੀਂ, ਜੇ ਡਾਵਾਡੋਲ ਨਹੀਂ ਤੇ ਬਹੁਤੀ ਮਜ਼ਬੂਤ ਵੀ ਨਹੀਂ। ਜੀ ਹੁਣ ਅਨਿਲ ਜੋਸ਼ੀ ਜਿਹੜੇ ਨੇ ਉਹ ਜਿਵੇਂ ਸਾਹਿਬ ਦਾ ਹੁਕਮ ਹੈ ਕਿ ਉਹਨਾਂ ਨੂੰ ਜਾਣਾ ਹੀ ਪੈਣਾ ਹੈ ਕਿ ਰੈਲੀਆਂ ਤੇ ਚਲੋ ਹੁਣ ਕਿਸਾਨ ਕਹਿੰਦੇ ਨੇ ਕਿ ਨਾ ਕਰੋ, ਪਰ ਨੁੱਕੜ ਮੀਟਿੰਗਾਂ ਤੇ ਛੋਟੇ ਛੋਟੇ ਜਿਹੜੇ ਇਕੱਠ ਨੇ ਉਹ ਕਰਨੇ ਪੈ ਰਹੇ ਨੇ। ਹੂੰ ਝੰਡੇ ਵੀ ਦਿਖਾਉਂਦੇ ਨੇ ਤੇ ਫਿਰ ਖਿਝ ਵੀ ਜਾਂਦਾ ਇਨਸਾਨ ਕਿ ਕੀ ਗੱਲ ਹੈ ਯਾਰ, ਜਿੱਥੇ ਜਾਈਏ ਸਾਨੂੰ ਕੋਈ ਨਾ ਕੋਈ ਝੰਡੇ ਦਿਖਾਉਣ ਲੱਗ ਪੈਂਦਾ, ਨਾਅਰੇ ਮਾਰਦਾ, ਤੇ ਸਾਨੂੰ ਫਿਰ ਮੁਸ਼ਕਲ ਪੇਸ਼ ਆਉਂਦੀ ਹੈ। ਜੀ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਗਈਆਂ, ਕੁਝ ਜਗ੍ਹਾ ਤੇ ਜਾਮ ਲੱਗੇ, ਕੁਝ ਹੋਰ ਵੀ, ਗੰਨੇ ਦਾ ਅੰਦੋਲਨ ਹੋਇਆ, ਇਹ ਸਭ ਕੁਝ ਹੋਇਆ ਤੇ ਅਨਿਲ ਜੋਸ਼ੀ ਜਿਹੜੇ ਨੇ ਉਹ ਉਹਨਾਂ ਦੇ ਅੰਦਰੋਂ ਦਰਦ ਜਿਹੜਾ ਫੁੱਟਿਆ। ਮੈਨੂੰ ਇਹ ਤਾਂ ਨਹੀਂ ਪਤਾ ਕਿ ਉਹਨਾਂ ਦੀ ਕਿਹੜੀ ਸ਼ਿਪਮੈਂਟ ਆਉਣੀ ਸੀ ਰੇਲਵੇ ਦੇ ਵਿੱਚ ਜਿਹੜੀ ਰੁਕ ਗਈ, ਹੂੰ ਤੇ ਜਿਹੜਾ ਉਹ ਕਿਹੜਾ ਉਹਨਾਂ ਦਾ ਕੰਮ ਸੀ ਜਿਹੜਾ ਰੁਕ ਗਿਆ, ਤੇ ਜਾਂ ਉਹਨਾਂ ਨੇ ਕਿਸੇ ਜਗ੍ਹਾ ਤੇ ਜਾਣਾ ਸੀ ਤੇ ਉਹ ਪਹੁੰਚ ਨਹੀਂ ਸਕੇ ਕਿ ਵਿਆਹ ਤੇ ਸ਼ਗਨ ਦੇਣਾ ਸੀ ਉਹਨਾਂ ਨੇ। ਜੀ ਤੇ ਅਨਿਲ ਜੋਸ਼ੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਦੇਖੋ ਇਹ ਕਿਸਾਨ ਦੇਖੋ ਹਰ ਥਾਂ ਚੰਗਾ ਨਹੀਂ, ਜੇ ਇਸ ਤਰ੍ਹਾਂ ਅੰਦੋਲਨ ਕਰਦੇ ਰਹੇ, ਸੜਕਾਂ ਰੋਕਦੇ ਰਹੇ, ਇਹ ਰੇਲਾਂ ਰੋਕਦੇ ਰਹੇ, ਤੇ ਆਮ ਲੋਕ ਇਹਨਾਂ ਦੇ ਵਿਰੁੱਧ ਹੋ ਜਾਣਗੇ ਤੇ ਅੰਦੋਲਨ ਜਿਹੜਾ ਹੈ ਉਹ ਲੀਹੋਂ ਲੱਥ ਜਾਵੇਗਾ। ਹੂੰ ਗੱਲ ਤੇ ਉਹਨਾਂ ਨੇ ਕੀਤੀ ਹੈ, ਨਾਲ ਉਹਨੇ ਕਿਹਾ ਕਿ ਲੋਕਾਂ ਦੇ ਵਪਾਰ ਦਾ ਨੁਕਸਾਨ ਹੁੰਦਾ ਹੈ, ਹੋਰ ਨੁਕਸਾਨ ਹੁੰਦਾ ਹੈ, ਕਿਸੇ ਨੇ ਜਾਣਾ ਹੁੰਦਾ ਹੈ। ਉਹ ਬੇਅਦਬੀ ਕਾਂਡ ਤੇ ਹੱਤਿਆ ਜਿਹੜੀ ਹੋਈ ਹੈ ਸਿੰਘੂ ਮੋਰਚੇ ਤੇ, ਜੀ ਉਸ ਦੇ ਵਿਰੁੱਧ ਵੀ ਖੁੱਲ੍ਹ ਕੇ ਬੋਲੇ ਨੇ। ਹੂੰ ਹੁਣ ਇਸ ਤੋਂ ਬਾਅਦ ਇੱਥੇ ਭਾਜਪਾ ਵਾਲੀ ਸਥਿਤੀ ਨਹੀਂ ਹੈ ਅਕਾਲੀ ਦਲ ਦੇ ਵਿੱਚ, ਇਹ ਥੋੜਾ ਜਿਹਾ ਫਰਕ ਹੈ। ਜੀ ਭਾਜਪਾ ਜਿਹੜੀ ਹੈ ਜਿਸ ਪੋਜੀਸ਼ਨ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦੀ ਹੈ ਕੇਂਦਰ ਦੇ ਵਿੱਚ, ਹੂੰ ਉਹ ਕਿਸੇ ਨੂੰ ਸਪਸ਼ਟੀਕਰਨ ਦੇਣ ਦਾ ਮੌਕਾ ਨਹੀਂ ਦਿੰਦੇ। ਜੀ ਉਹ ਜਿਹੜਾ ਕੋਈ ਬੋਲਿਆ ਤੇ ਕੰਨੋਂ ਫੜ ਕੇ ਚੱਲ ਬਾਹਰ। ਹੂੰ ਪਰ ਇੱਥੇ ਅਨਿਲ ਜੋਸ਼ੀ ਨੂੰ ਇਸ ਤਰ੍ਹਾਂ ਦਾ ਕੋਈ ਤਾਂ ਨਹੀਂ ਹੋਵੇਗਾ, ਪਰ ਮਾੜਾ ਜਿਹਾ ਸ਼ਾਇਦ ਉਹਨਾਂ ਨੂੰ ਕੋਈ ਇਸ਼ਾਰਾ ਆਵੇ ਕਿ ਭਾਈ ਜੀ ਜੋਸ਼ੀ ਸਾਹਿਬ ਇਸ ਤਰ੍ਹਾਂ ਨਹੀਂ ਬੋਲਣਾ, ਥੋੜਾ ਜਿਹਾ ਤੁਸੀਂ ਖਿਆਲ ਰੱਖੋ। ਅਨਿਲ ਜੋਸ਼ੀ ਇੰਨਾ ਕੋਈ ਬੋਲੇ ਨੇ, ਅਜੇ ਕੋਈ ਬਹੁਤੀ ਗੱਲ ਨਹੀਂ ਹੋਈ। ਬਾਕੀ ਉਹਨਾਂ ਨੇ ਭਾਜਪਾ ਨੂੰ ਵੀ ਜਿਸ ਸਟੇਜ ਤੇ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਨੇ, ਉੱਥੇ ਭਾਜਪਾ ਦੀ ਕੌਮੀ ਲੀਡਰਸ਼ਿਪ ਨੂੰ ਵੀ ਖੂਬ ਰਗੜੇ ਲਾਏ। ਜੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਦਾ ਪੁੱਤ ਵਿਆਹਿਆ ਤੇ ਵਿਆਹ ਬੜੇ ਚਰਚਾ 'ਚ ਆ। ਕਦੇ ਚੰਨੀ ਸਾਹਿਬ ਨੇ ਖੁਦ ਗੱਡੀ ਡਰਾਈਵ ਕੀਤੀ, ਉਹਦੇ ਚਰਚੇ ਹੋ ਗਏ, ਕਦੇ ਸਾਦੇ ਵਿਆਹ ਦੇ, ਕਦੇ ਮਹਿੰਗੇ ਪਾਣੀ ਦੀਆਂ ਬੋਤਲਾਂ ਕਰਕੇ। ਤੇ ਹੁਣ ਇੱਕ ਨਵਾਂ ਵਿਵਾਦ ਛਿੜ ਗਿਆ। ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਪੁੱਤ ਦੇ ਵਿਆਹ ਦੀ ਅਰਦਾਸ ਕਰਨ ਤੇ ਬੜਾ ਵਿਵਾਦ ਛਿੜ ਗਿਆ, ਸਵਾਲ ਚੁੱਕੇ ਜਾ ਰਹੇ ਨੇ। ਦੇਖੋ ਸਵਲੀਨ ਨੇ ਤੁਸੀਂ ਸਾਰੀਆਂ ਗੱਲਾਂ ਕੀਤੀਆਂ, ਜਿੰਨੇ ਵਿਵਾਦ ਜਿਹੜੇ ਨੇ ਗਿਣੇ ਨੇ ਉਹਨਾਂ ਵਿੱਚੋਂ ਇੱਕ ਤੁਸੀਂ ਭੁੱਲ ਗਏ ਜਿਹੜਾ ਸਭ ਤੋਂ ਵੱਧ ਇੰਟਰਸਟਿੰਗ ਸੀ। ਉਹ ਸਿੱਧੂ ਇਹ ਸਾਹਿਬ ਸੀ ਨੇ ਵੀ ਆਏ ਜਿਹੜਾ ਨਹੀਂ ਜੀ ਉਹ ਬਿਲਕੁਲ, ਇਹ ਹੁਣ ਮੈਂ ਵੀ ਇਹਨੂੰ ਮਿਸ ਕਰ ਗਿਆ ਸੀ, ਹੂੰ ਇਹ ਤੁਸੀਂ ਯਾਦ ਕਰਵਾ ਦਿੱਤਾ ਹੈ। ਪਰ ਜਿਹੜਾ ਉਹ ਗੱਲ ਸੀ ਕਿ ਜਿਹੜੀ ਉਹਨਾਂ ਨੇ ਪਾਰਟੀ ਕੀਤੀ ਸੀ ਇੱਕ ਜਿਹੜੇ ਰਿਜ਼ੋਰਟ ਦੇ ਵਿੱਚ, ਤੇ ਉੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਹੈ ਉਹ ਗੱਲਾਂ ਸਾਹਮਣੇ ਆਈਆਂ ਕਿ ਕਿਵੇਂ ਉਹ ਸ਼ੱਕ ਤੇ ਸ਼ਿਕਾਉਂਦੇ ਰਹੇ ਉੱਥੇ, ਤੇ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ, ਉਹ ਗੱਲਾਂ ਵੀ ਕਾਫੀ ਆਈਆਂ ਸਾਹਮਣੇ। ਜੀ ਖੈਰ ਅਸੀਂ ਗੱਲ ਕਰਦੇ ਹਾਂ, ਥੋੜਾ ਜਿਹਾ ਸੈਂਸਿਟਿਵ ਮੁੱਦਾ ਹੈ।
ਉਹਨਾਂ ਦੀਆਂ ਫੋਟੋਆਂ ਜਿੰਨੀਆਂ ਕੁ ਆਈਆਂ ਨੇ, ਸਾਦਾ ਵਿਆਹ, ਸਾਦਾ ਵਿਆਹ, ਸਾਦਾ ਵਿਆਹ, ਇਹ ਰੌਲਾ ਬੜਾ ਪਿਆ। ਹੂੰ। ਠੀਕ ਹੈ, ਪਰ ਪਤਿਤ ਸਿੱਖ ਦੀ ਜੋ ਡੈਫੀਨੇਸ਼ਨ ਹੈ, ਜੋ ਪਰਿਭਾਸ਼ਾ ਹੈ ਸਿੱਖ ਕੌਮ ਦੇ ਵਿੱਚ, ਜੀ। ਉਸ ਮੁਤਾਬਕ ਬਹੁਤ ਸਾਰੇ ਸਿੱਖ ਜਿਹੜੇ ਨੇ ਪਤਿਤ ਨੇ ਪੰਜਾਬ ਵਿੱਚ। ਉਹਨਾਂ ਵਿੱਚੋਂ ਚਰਨਜੀਤ ਸਿੰਘ ਚੰਨੀ ਵੀ ਨੇ ਤੇ ਉਹਨਾਂ ਦਾ ਬੇਟਾ ਵੀ ਹੈ। ਜੀ। ਠੀਕ ਹੈ, ਤੇ ਪਰ ਉਹਨਾਂ ਦੇ ਆਨੰਦ ਕਾਰਜ ਦੀ ਜਿਹੜੀ ਅਰਦਾਸ ਹੈ, ਆਨੰਦ ਕਾਰਜ ਦੀ ਅਰਦਾਸ ਜਿਹੜੀ ਹੈ, ਉਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਨੇ। ਹੂੰ। ਔਰ ਉਸ ਤੋਂ ਬਾਅਦ ਉੱਥੇ ਬੈਠਦੇ ਨੇ, ਉਹਨਾਂ ਸ਼ਾਮਲ ਹੁੰਦੇ ਨੇ ਤੇ ਉੱਥੇ ਲੰਗਰ ਛਕਦੇ ਉਹਨਾਂ ਦੀ ਫੋਟੋ ਵੀ ਜਿਹੜੀ ਹੈ, ਉਹ ਲਾੜੇ ਦੇ ਨਾਲ ਬਿਲਕੁਲ ਬੈਠ ਕੇ ਪੰਗਤ ਦੇ ਵਿੱਚ ਉਹ ਵੇਖੀ ਜਾ ਸਕਦੀ ਹੈ। ਜੀ। ਹੁਣ ਗਿਆਨੀ ਜੀ ਗਏ ਨੇ, ਪਰ ਸਵਾਲ ਥੋੜੇ ਜਿਹੇ ਖੜੇ ਹੋਏ ਕਿ ਕਿਉਂ ਗਏ। ਇੱਕ ਤੇ ਸਵਾਲ ਇਹ ਖੜਾ ਹੁੰਦਾ ਸੀ ਕਿ ਕੀ ਗਿਆਨੀ ਜੀ, ਚਲੋ ਜਾਣਾ ਕੋਈ ਗੱਲ ਨਹੀਂ, ਜਾ ਸਕਦੇ ਨੇ, ਵਿਅਕਤੀਗਤ ਸੰਬੰਧ ਵੀ ਹੋ ਸਕਦੇ ਨੇ, ਔਰ ਨਾਲ ਕਿਸੇ ਦੇ ਇਸ ਤਰ੍ਹਾਂ ਜਾਣਾ ਕੋਈ ਮਾੜੀ ਗੱਲ ਤਾਂ ਨਹੀਂ, ਪਰ ਕੀ ਗਿਆਨੀ ਜੀ ਕਿਤੇ ਕੋਈ ਨਿਮਾਣਾ ਸਿੱਖ, ਗੁਰੂ ਦਾ ਸਿੱਖ ਜੋ ਸੰਪੂਰਨ ਗੁਰਸਿੱਖ ਹੋਵੇ, ਕੀ ਉਹਨਾਂ ਨੂੰ ਗਰੀਬ ਹੋਵੇ ਤੇ ਇਹਨਾਂ ਨੂੰ ਗਿਆਨੀ ਜੀ ਨੂੰ ਬੁਲਾਵੇ ਤੇ ਉੱਥੇ ਜਾਣਗੇ ਹੂੰ। ਸੱਦੇ ਤੇ? ਕੀ ਇਸ ਕਰਕੇ ਤਾਂ ਨਹੀਂ ਚਲੇ ਗਏ ਵੀ ਉਹ ਮੁੱਖ ਮੰਤਰੀ ਦੇ ਪੁੱਤਰ ਦਾ ਵਿਆਹ ਤੇ ਮੈਂ ਜਰਾ ਜਾਇਆ ਵਾਂ? ਜੀ। ਹੁਣ ਉਹਨਾਂ ਦੀ ਜਿੰਨੀ ਕੁ ਖਿਚਾਈ ਹੋਈ ਆ, ਉਸ ਦੇ ਨਾਲ ਇਹ ਮੁੱਦਾ ਉੱਠਿਆ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਵਾਸਤੇ ਪ੍ਰੇਰਨਾ ਦਾ ਕੇਂਦਰ ਵੀ ਹੈ, ਔਰ ਉੱਥੋਂ ਸਾਰੇ ਹੁਕਮਨਾਮੇ, ਆਦੇਸ਼, ਸੰਦੇਸ਼ ਜਿਹੜੇ ਨੇ ਉਹ ਜਾਰੀ ਹੁੰਦੇ ਨੇ, ਹੂੰ। ਕਿ ਉਹਨਾਂ ਗਿਆਨੀ ਜੀ ਦਾ, ਜਥੇਦਾਰ ਸਾਹਿਬ ਦਾ, ਇੱਕ ਪਤਿਤ ਸਿੱਖ ਦੇ ਆਨੰਦ ਕਾਰਜ ਦੀ ਅਰਦਾਸ ਕਰਨਾ ਜਾਇਜ਼ ਹੈ? ਹੂੰ। ਇਹ ਸਵਾਲ ਹੋਏ ਨੇ। ਹੁਣ ਇਹਨਾਂ ਨੂੰ ਜਿੰਨੇ ਕੁ ਸਵਾਲ ਹੋਏ ਤੇ ਗਿਆਨੀ ਜੀ ਨੇ ਉਸ ਦਾ ਜਵਾਬ ਦੇਣਾ ਕੋਈ ਖਾਸ ਵਾਜਬ ਨਹੀਂ ਸਮਝਿਆ, ਪਰ ਕੁਝ ਵਿਦਵਾਨ ਵਿੱਚੋਂ ਵਿੱਚੋਂ ਬੋਲਦੇ ਰਹੇ ਕਿ ਦੇਖੋ ਜੀ, ਇਹੋ ਜਿਹੀ ਕੋਈ ਗੱਲ ਨਹੀਂ, ਸ੍ਰੀ ਅਕਾਲ ਤਖਤ ਸਾਹਿਬ ਤੇ, ਜਿੱਥੇ ਅਕਾਲ ਤਖਤ ਸਾਹਿਬ ਮੌਜੂਦ ਨੇ, ਉੱਥੇ ਜਿਹੜੀ ਅਰਦਾਸ ਹੈ ਉਹ ਪਤਿਤ ਸਿੱਖ ਦੀ ਗਿਆਨੀ ਜੀ ਜਾਂ ਜਥੇਦਾਰ ਸਾਹਿਬ ਨਹੀਂ ਕਰ ਸਕਦੇ। ਜੀ। ਜੇ ਕਿਤੇ ਬਾਹਰ ਹੋਵੇ ਤਾਂ ਫਿਰ ਉਹ ਕਰ ਸਕਦੇ ਨੇ। ਹੁਣ ਗੱਲ ਇਹ ਹੈ ਕਿ ਇਹ ਜਿਹੜੀ ਸ਼ਿਕਾਇਤ ਹੈ ਪਹੁੰਚੀ ਹੈ ਨੰਦੇੜ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਕੋਲ। ਉਹਨਾਂ ਨੇ ਕਹਿੰਦੇ ਨੇ ਕਿ ਗਿਆਨੀ ਜੀ ਨੂੰ ਪੁੱਛਿਆ ਕਿ ਗਿਆਨੀ ਜੀ ਇਸ ਬਾਰੇ ਦੱਸੋ ਕਿ ਇਹ ਅਸਲ ਮਾਜਰਾ ਕੀ ਹੈ। ਹੂੰ। ਤੇ ਇਹ ਵੀ ਨਹੀਂ ਕਿ ਗਿਆਨੀ ਜੀ ਨੇ ਕਿਸੇ ਹੋਰ ਨੂੰ ਦੱਸਿਆ ਹੋਵੇ, ਕਹਿੰਦੇ ਨੇ ਉਹਨਾਂ ਕੋਲ ਹੀ ਵਾਪਸ ਖਬਰ ਪਹੁੰਚਾਈ ਹੈ, ਜੀ। ਉਹਨਾਂ ਨੂੰ ਦੱਸਿਆ ਹੈ ਕਿ ਇਹ ਫੈਸਲਾ ਜਿਹੜਾ ਲਿਖਤੀ ਫੈਸਲਾ ਉਹਨਾਂ ਵੱਲੋਂ ਬਾਬਾ ਕੁਲਵੰਤ ਸਿੰਘ ਵੱਲੋਂ ਸੁਣਾਇਆ ਜਾ ਸਕਦਾ ਹੈ। ਉਹਨਾਂ ਨੇ ਆਖਿਆ ਹੈ ਕਿ ਗਿਆਨੀ ਜੀ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿ ਇਹ ਅਰਦਾਸ ਤੁਸੀਂ ਕੀਤੀ ਹੈ, ਤੇ ਜਵਾਬ ਅੱਗੋਂ ਕਹਿੰਦੇ ਇਹ ਮਿਲਿਆ ਹੈ ਕਿ ਦੇਖੋ, ਅਕਾਲ ਤਖਤ ਸਾਹਿਬ ਤੇ ਨਹੀਂ ਅਰਦਾਸ ਹੋ ਸਕਦੀ, ਬਾਹਰ ਕਿਤੇ ਹੋ ਸਕਦੀ ਹੈ, ਜੀ। ਪਰ ਬਾਬਾ ਕੁਲਵੰਤ ਸਿੰਘ ਵੱਲੋਂ ਜਲਦੀ ਕੋਈ ਲਿਖਤੀ ਫੈਸਲਾ ਇਸ ਤੇ ਸੁਣਵਾਇਆ ਜਾ ਸਕਦਾ ਹੈ। ਹੂੰ। ਹੁਣ ਉਹਨਾਂ ਨੇ ਨਾਲ ਪਰ ਇੰਨੀ ਗੱਲ ਆਖ ਦਿੱਤੀ ਹੈ ਕਿ ਜੇ ਇਸ ਤਰ੍ਹਾਂ ਗਿਆਨੀ ਜੀ ਅਰਦਾਸ ਕਰਦੇ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਖੁਦ ਕਿਸੇ ਪਤਿਤ ਸਿੱਖ ਦੇ ਅਰਦਾਸ ਕਰਦੇ ਨੇ, ਤੇ ਇਸ ਨਾਲ ਪਤਿਤ ਪੁਣੇ ਨੂੰ ਠੱਲ ਪਾਉਣੀ ਤੇ ਬਹੁਤ ਮੁਸ਼ਕਿਲ ਹੋ ਜਾਵੇਗੀ। ਫਿਰ ਅਸੀਂ ਜਸਟੀਫਾਈ ਕਿਵੇਂ ਕਰਾਂਗੇ? ਪਰ ਇੱਕ ਗੱਲ ਇੱਕ ਸਮਝ ਨਹੀਂ ਆਉਂਦੀ ਕਿ ਜੇ ਅਸੀਂ ਇਹ ਸਪਸ਼ਟੀਕਰਨ ਵੀ ਦੇ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਨਹੀਂ ਹੋ ਸਕਦੀ ਤੇ ਬਾਹਰ ਹੋ ਸਕਦੀ ਹੈ, ਕਿ ਅਕਾਲ ਤਖਤ ਸਾਹਿਬ ਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਤੇ ਬਾਹਰ ਜਿੱਥੇ ਅਰਦਾਸ ਕੀਤੀ ਜਾ ਰਹੀ ਹੈ ਉਹ ਕੋਈ ਹੋਰ ਪ੍ਰਕਾਸ਼ ਹੈ? ਹੂੰ। ਕੀ ਇਹ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਅਸੀਂ ਗੱਲ ਕਰ ਰਹੇ ਹਾਂ ਜਾਂ ਗੁਰੂ ਦੇ ਆਦੇਸ਼ ਸੰਦੇਸ਼ ਦੀ ਗੱਲ ਕਰ ਰਹੇ ਹਾਂ? ਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਹਨ, ਇਹ ਕਿਸੇ ਸੱਚੇ ਵਿੱਚ ਫਿੱਟ ਬੈਠਦੀਆਂ ਜਾਪਦੀਆਂ ਨਹੀਂ। ਹੂੰ। ਇਸ ਦਾ ਜਵਾਬ ਜਿਹੜਾ ਮੈਂ ਸਮਝਦਾ ਕਿ ਬਾਬਾ ਕੁਲਵੰਤ ਸਿੰਘ ਦੇਣ ਜਾਂ ਕੋਈ ਹੋਰ ਦੇਣ, ਭੰਬਲ ਭੂਸੇ ਵਾਲੀ ਸਥਿਤੀ ਨਹੀਂ ਪੈਦਾ ਹੋਣੀ ਚਾਹੀਦੀ। ਜੀ। ਔਰ ਕੱਲ ਅਕਾਲ ਤਖਤ ਸਾਹਿਬ ਤੋਂ ਜਦੋਂ ਚੱਲਦੀ ਹੈ ਤੇ ਫਿਰ ਸਿੱਖ ਕੌਮ ਦੇ ਮਾਣ ਮਰਿਆਦਾ ਦੀ ਗੱਲ ਹੁੰਦੀ ਹੈ। ਇੱਕ ਵੱਖਰੀ ਗੱਲ ਹੈ ਕਿ ਜਿੰਨੇ ਸਾਬਕਾ ਜਥੇਦਾਰ ਅੱਜ ਤੱਕ ਹੋਏ ਨੇ, ਉਹਨਾਂ ਦਾ ਵਾਦਾਂ ਵਿਵਾਦਾਂ ਨਾਲ ਜਿਹੜਾ ਰਾਬਤਾ ਹੈ ਉਹ ਰਿਹਾ। ਜੀ। ਇਸ ਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਜੀ ਜੇ ਸਪਸ਼ਟ ਤੌਰ ਤੇ ਸਿੱਧਾ ਸੰਗਤ ਨੂੰ ਦੇਣ ਕਿ ਭਾਈ ਆਹ ਗੱਲ ਸੀ ਤੇ ਮੈਂ ਤਾਂ ਅਰਦਾਸ ਕੀਤੀ ਹੈ ਤੇ ਆਹ ਨਿਯਮ ਹੈ ਤੇ ਇਸ ਤਰ੍ਹਾਂ ਹੋ ਸਕਦੀ ਤੇ ਇਸ ਤਰ੍ਹਾਂ ਨਹੀਂ ਹੋ ਸਕਦੀ, ਹੂੰ। ਪਰ ਮੈਨੂੰ ਲੱਗਦਾ ਨਹੀਂ ਕਿ ਉਹ ਇਸ ਤਰ੍ਹਾਂ ਕਰਨਗੇ। ਇਸ ਤਰ੍ਹਾਂ ਅਰਦਾਸ ਵਾਸਤੇ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਦੇ ਬੇਟੇ ਦੇ ਗਏ ਨੇ, ਕਿ ਇਸ ਤਰ੍ਹਾਂ ਭਵਿੱਖ ਵਿੱਚ ਵੀ ਕਿ ਕੋਈ ਉਹਨਾਂ ਨੂੰ ਬੁਲਾਵੇ ਤੇ ਜਾਣਗੇ? ਜੀ। ਕਿ ਹੋਰ ਕੋਈ ਪਤਿਤ ਸਿੱਖ ਉਹਨਾਂ ਨੂੰ ਬੁਲਾਵੇ ਤੇ ਕੀ ਉੱਥੇ ਵੀ ਜਾਣ ਕੇ ਅਰਦਾਸ ਕਰਨਗੇ? ਜਾਂ ਇਹ ਸਪੈਸ਼ਲ ਸਕੀਮ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਵਾਸਤੇ ਚਲਾਈ ਗਈ ਸੀ? ਜੀ। ਇਸ ਗੱਲ ਦਾ ਜਵਾਬ ਜਿਹੜਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਕੋਲੋਂ ਸਾਨੂੰ ਲੋੜੀਂਦਾ ਜ਼ਰੂਰ ਹੈ। ਹੂੰ। ਕੁਲਦੀਪ ਜੀ, ਜਾਣ ਤੋਂ ਪਹਿਲਾਂ ਸੌਦਾ ਸਾਧ ਰਾਮ ਰਹੀਮ ਦੀ ਵੀ ਗੱਲ ਕਰਨਾ ਚਾਹਾਂਗੇ। 8 ਪੰਨਿਆਂ ਦੀ ਉਹਨਾਂ ਨੇ ਅਦਾਲਤ ਨੂੰ ਰਹਿਮ ਦੀ ਅਪੀਲ ਕੀਤੀ ਸੀ, 100 ਤੋਂ ਵੱਧ ਚੰਗੇ ਕੰਮ ਗਣਾਏ ਸੀ, ਫਿਰ ਵੀ ਅਦਾਲਤ ਨੇ ਉਹਨਾਂ ਨੂੰ ਤੀਸਰੀ ਵਾਰ ਉਮਰ ਕੈਦ ਦੀ ਸਜ਼ਾ ਸੁਣਾਤੀ। ਤੇ ਫਿਕਰਾਂ ਵਾਲੀ ਗੱਲ ਇਹ ਹੈ ਕਿ ਹੁਣ ਬਾਬੇ ਦੇ ਭਗਤਾਂ ਦਾ ਕੀ ਬਣੂਗਾ? ਇੰਨੀ ਜਾਇਦਾਦ ਬਣਾਈ, ਇੰਨਾ ਪੈਸਾ ਜੋੜਿਆ, ਉਹਦਾ ਕੀ ਬਣੂਗਾ? ਤੇ ਜਿਹੜੇ ਬਾਬੇ ਦੇ ਪੈਰ ਫੜ ਕੇ ਚੋਣਾਂ ਜਿੱਤਦੇ ਸੀ, ਉਹਨਾਂ ਵਿਚਾਰਿਆਂ ਦਾ ਕੀ ਬਣੂ? ਹੁਣ ਜਿਹੜੇ ਚੋਣਾਂ ਜਿੱਤਦੇ ਸੀ, ਇਹਨਾਂ ਨੂੰ ਬਹੁਤਾ ਫਰਕ ਨਹੀਂ ਪੈਣ ਵਾਲਾ। ਹੂੰ। ਜਿੰਨਾ ਫਰਕ ਜਿਹੜਾ ਅਕਾਲੀ ਦਲ ਨੂੰ ਪੈਣਾ ਹੈ, ਓਨਾ ਹੀ ਕਾਂਗਰਸ ਨੂੰ ਪੈਣਾ ਹੈ ਤੇ ਓਨਾ ਹੀ ਭਾਜਪਾ ਨੂੰ ਪੈਣਾ, ਕਿਉਂਕਿ ਪੈਰਾਂ ਵਿੱਚ ਜਾ ਕੇ ਇਹ ਤਿੰਨੇ ਪਾਰਟੀਆਂ ਬਹਿੰਦੀਆਂ ਸੀ। ਹੋਰ ਵੀ ਕੋਈ ਬਹਿੰਦੀਆਂ ਹੋ ਸਕਦੀਆਂ ਨੇ, ਜੀ। ਕੋਈ ਫਰਕ ਨਹੀਂ ਪੈਣ ਵਾਲਾ, ਵੰਡੇ ਜਾਣਗੇ ਉਹ। ਪਰ
ਥੋੜਾ ਜਿਹਾ ਕਾਂਗਰਸ ਸਰਕਾਰ ਨੂੰ ਇਸ ਦਾ ਮਾੜਾ ਮੋਟਾ ਅਸਰ ਝੱਲਣਾ ਪੈ ਸਕਦਾ ਹੈ, ਕਿਉਂਕਿ ਇਹਨਾਂ ਨੇ ਹੁਣ ਰੌਲਾ ਕਾਫੀ ਪਾ ਲਿਆ ਇਸ ਬਾਬਤ। ਜੀ। ਤੇ ਭਾਜਪਾ ਨੂੰ ਹਰਿਆਣੇ ਦੇ ਵਿੱਚ ਬਹੁਤਾ ਨਹੀਂ ਝੱਲਣਾ ਪੈਣਾ, ਮੈਨੂੰ ਇਸ ਤਰ੍ਹਾਂ ਜਾਪਦਾ ਨਹੀਂ। ਹੂੰ। ਪਰ ਬਾਬੇ ਦੇ ਸਮਰਥਕ ਜਿਹੜੇ ਨੇ, ਉਹ ਕੁਛ ਗੱਲੋਂ ਭਾਜਪਾ ਉਹਨਾਂ ਨੂੰ ਖੁਸ਼ ਕਰਦੀ ਰਹਿੰਦੀ ਹੈ। ਉਹ ਇਹ ਹੈ ਕਿ ਬਾਬੇ ਨੂੰ ਜ਼ਮਾਨਤ 2-3 ਵਾਰੀ ਲਗਾਤਾਰ ਦਿੱਤੀ ਗਈ। ਜੀ। ਇੰਨਾ ਇੱਕ ਖਤਰਨਾਕ ਮੁਜਰਮ ਜਿਸ ਤੇ ਬਲਾਤਕਾਰ ਦਾ ਦੋਸ਼ ਹੈ, 2 ਕਤਲਾਂ ਦੇ ਦੋਸ਼ ਜਿਹੜੇ ਨੇ ਸਾਬਤ ਹੋ ਚੁੱਕੇ ਨੇ, ਹਾਈ ਪ੍ਰੋਫਾਈਲ ਮਰਡਰ ਜਿਹੜੇ ਨੇ ਹੋ ਜੀ। ਚੁੱਕੇ ਨੇ, ਔਰ ਇੰਨੀ ਵੱਡੀ ਭੈੜੀ ਕਿਸਮ ਦੀ ਸਲਤਨਤ ਤੇ ਬਾਬਾ ਚਲਾਉਂਦਾ ਰਿਹਾ, ਔਰ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਨਾਲ ਚੱਲੀ ਹੈ। ਸਰਕਾਰ ਦੇ ਦਰਬਾਰੇ ਉਸ ਦੀ ਪੂਰੀ ਪਹੁੰਚ ਸੀ। ਹੂੰ। ਜਿਸ ਤਰ੍ਹਾਂ ਦਾ ਲਾਮ ਲਸ਼ਕਰ ਲੈ ਕੇ ਬਾਬਾ ਚੱਲਦਾ ਸੀ, ਇਹ ਸੌਦਾ ਸਾਧ, ਉਸ ਨੂੰ ਦੇਖ ਕੇ ਉਂਗਲਾਂ ਮੂੰਹ ਵਿੱਚ ਪਾ ਕੇ ਖੜੇ ਹੋ ਜਾਂਦੇ ਸਨ ਸਿਆਣੇ ਲੋਕ। ਇੰਨੀਆਂ ਮਹਿੰਗੀਆਂ ਗੱਡੀਆਂ, ਇੰਨਾ ਵੱਡਾ ਕਾਫਲਾ, Z+ ਸਿਕਿਉਰਿਟੀ, ਬਾਬੇ ਨੂੰ ਸੁਰੱਖਿਆ ਮਿਲਣੀ, ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਸੀ ਕਿ ਬਾਬੇ ਨੂੰ ਕੋਈ ਹੱਥ ਨਹੀਂ ਲਾ ਸਕਦਾ। ਜੀ। ਤੇ ਫਿਰ ਅਦਾਲਤ ਨੇ ਹੱਥ ਪਾਇਆ। ਕਾਨੂੰਨ ਦੀ ਚੱਕੀ ਜਿਹੜੀ ਹੈ, ਇਹ ਜਦੋਂ ਪੀਸਦੀ ਹੈ, ਫਿਰ ਤੁਹਾਨੂੰ ਪਤਾ ਕਿੱਦਾਂ ਪੀਸਦੀ ਹੈ। ਬਿਲਕੁਲ। ਬਾਬਾ ਜਿਹੜਾ ਸੀ ਉਹ ਫੜਿਆ ਗਿਆ, ਤੇ ਬਾਬਾ ਫਿਰ ਹੁਣ ਉਸਦੇ ਬਾਹਰ ਆਉਣ ਦੇ ਚਾਂਸ ਜਿਹੜੇ ਨੇ ਉਹ ਬਿਲਕੁਲ ਮਨਫੀ ਹੋ ਚੁੱਕੇ ਨੇ। ਹੂੰ। ਉਹ ਜਿਵੇਂ ਕਹਿੰਦੇ ਨੇ ਕਿ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ। ਜੀ। ਇਸ ਤਰ੍ਹਾਂ ਦੇ ਬਾਬੇ ਪਹਿਲਾਂ ਵੀ ਹੋਏ ਨੇ, ਪਰ ਇਸ ਬਾਬੇ ਦਾ ਪੱਧਰ ਕੁਝ ਹੋਰ ਸੀ। ਇਹ ਕੁਝ ਬਾਬੇ ਹੁੰਦੇ ਨੇ ਜੋ ਪਬਲਿਕ ਲਾਈਫ ਵਿੱਚ ਬਹੁਤਾ ਆਉਣਾ ਪਸੰਦ ਨਹੀਂ ਕਰਦੇ, ਬਿਲਕੁਲ। ਨਾ ਆਪਣੀ ਕੋਈ ਫੋਟੋ ਬਹੁਤੀ ਆਉਣ ਦਿੰਦੇ ਨੇ। ਵੀਡੀਓ ਦਾ ਤੇ ਕੰਮ ਹੀ ਕੀ ਹੈ। ਇਹ ਤਾਂ ਪਰ ਸ਼ੌਕੀਨ ਹੀ ਇਹ ਬੜਾ ਸੀ। ਬਾਬਾ, ਇਹ ਸ਼ੌਕੀਨ ਬਹੁਤ ਸੀ, ਔਰ ਕਹਿੰਦਾ ਸੀ ਕਿ ਦੇਖੋ, ਵੱਡੇ ਐਕਟਰ ਮੇਰੇ ਕੋਲ ਸਲਾਹ ਪੁੱਛਦੇ ਨੇ, ਫਲਾਣੇ ਨੂੰ ਐਕਟਿੰਗ ਮੈਂ ਸਿਖਾਈ ਹੈ, ਵਿਰਾਟ ਕੋਹਲੀ ਨੂੰ ਖੇਡਣਾ ਮੈਂ ਸਿਖਾਇਆ। ਪਰ ਹੈਰਾਨੀ ਦੀ ਕੀ ਹੈ, ਗੱਲ ਇਹ ਆ ਕਿ ਮੈਸੇਂਜਰ ਆਫ ਗੋਡ, ਰੱਬ ਦਾ ਦੂਤ ਬਣ ਕੇ ਇਹ ਜੋ ਇੱਕ ਫਿਲਮਾਂ ਰੱਬ ਦੇ ਦੂਤ ਦੇ ਨਾਂ ਦੀਆਂ ਬਣਾਉਂਦਾ ਸੀ, ਔਰ ਮਜ਼ਾਕ ਉਡਾਉਂਦਾ ਸੀ ਲੋਕਾਂ ਦਾ ਕਿ ਦੇਖੋ, ਔਰ ਅਸੀਂ ਫਿਲਮਾਂ ਬਣਾਉਣੀਆਂ ਨੇ ਤੇ ਲੱਗਣੀਆਂ ਨੇ, ਤੇ ਬੇਸੁਰੇ ਜਿਹੇ ਗੀਤ ਗਾਉਂਦਾ ਸੀ, ਤੇ ਸੰਗੀਤ ਵੀ ਉਸ ਨੂੰ ਮਿਲਦਾ ਸੀ, ਤੇ ਫਿਲਮ ਦੀ ਸਾਰੀ ਸਪੋਰਟ। ਕੀ ਬਾਬੇ ਕੋਲ ਆਪਣਾ ਫਿਲਮ ਪ੍ਰੋਡਕਸ਼ਨ ਦਾ ਸਟਾਫ ਸੀ, ਜਾਂ ਬਾਬਾ ਕਿਸੇ ਕੰਪਨੀ ਤੋਂ ਜਾਂ ਕਿਸੇ ਤੋਂ ਮਦਦ ਲੈਂਦਾ ਸੀ? ਇੰਨਾ ਪੈਸਾ ਲੱਗਦਾ ਹੈ ਫਿਲਮਾਂ ਦੇ ਉੱਪਰ, ਉਹ ਕਿੱਥੋਂ ਆਉਂਦਾ ਸੀ? ਕੀ ਅਕਸ਼ੇ ਕੁਮਾਰ ਦਾ ਵੀ ਕੋਈ ਰੋਲ ਹੈ? ਉਹ ਸਾਰੇ ਲੋਕ ਪਿੱਛੇ ਹਟ ਗਏ ਨੇ। ਬਾਬਾ ਅਜੇ ਜੇਲ੍ਹ ਦੇ ਵਿੱਚ ਹੈ, ਰਹਿਮ ਦੀਆਂ ਅਪੀਲਾਂ ਜਿੰਨੀਆਂ ਮਰਜ਼ੀ ਕਰੀ ਜਾਂਦਾ ਹੈ, ਅਜੇ ਤੱਕ ਅਦਾਲਤ ਨੂੰ ਉਸ ਤੇ ਰਹਿਮ ਨਹੀਂ ਆਇਆ। ਪਰ ਭਗਤਾਂ ਦੀ ਤੁਸੀਂ ਜਿਹੜੀ ਗੱਲ ਪੁੱਛੀ ਹੈ, ਭਗਤਾਂ ਦਾ ਹਮੇਸ਼ਾ ਹੀ ਔਖਾ ਹੁੰਦਾ। ਜੋ ਕਿਸੇ ਮਰਜ਼ੀ ਪਾਰਟੀ ਦਾ ਕੋਈ ਭਗਤ ਹੋਵੇ, ਕਿਸੇ ਹੋਰ ਗੱਲ ਦਾ ਭਗਤ ਹੋਵੇ, ਕਿਸੇ ਦਾ ਵੀ ਜਦੋਂ ਕੋਈ ਮੁਰੀਦ ਹੋ ਜਾਂਦਾ, ਫਿਰ ਉਸ ਦੇ ਹਰ ਮਾੜੇ ਚੰਗੇ ਕੰਮ ਤੇ ਮਿੱਟੀ ਪਾਉਣੀ ਤੇ ਚੰਗੇ ਕੰਮ ਨੂੰ ਉਭਾਰਨਾ ਜਿਹੜਾ ਉਸ ਦਾ ਫਰਜ਼ ਬਣ ਜਾਂਦਾ ਹੈ। ਇਸੇ ਤਰ੍ਹਾਂ ਵਿਚਾਰੇ ਬਾਬੇ ਦੇ ਭਗਤ ਫਸੇ ਹੋਏ ਨੇ। ਮੈਂ ਕਾਫੀਆਂ ਨੂੰ ਜਾਣਦਾ ਵੀ ਹਾਂ ਜੋ ਪੜ੍ਹੇ ਲਿਖੇ ਲੋਕ ਨੇ, ਪਰ ਫਿਰ ਵੀ ਉਹ ਸਮਝ ਨਹੀਂ ਰਹੇ। ਅੱਜ ਵੀ ਅਸੀਂ ਇਹ ਜਿਹੜੀ ਵਿਚਾਰ ਚਰਚਾ ਕਰ ਰਹੇ ਹਾਂ, ਤੇ ਥੱਲੇ ਕਮੈਂਟ ਆਉਣਗੇ ਜਿਹਦੇ ਵਿੱਚ ਸਾਨੂੰ ਵੀ ਗਾਲਾਂ ਪੈਣਗੀਆਂ ਤੇ ਹੋਰ ਲੋਕਾਂ ਨੂੰ ਵੀ ਪੈਣਗੀਆਂ। ਚਲੋ ਕੋਈ ਗੱਲ ਨਹੀਂ, ਜੇ ਤੁਸੀਂ ਅਜੇ ਵੀ ਨਹੀਂ ਸਮਝਦੇ ਤਾਂ ਫਿਰ ਰੱਬ ਰੱਖਾ ਤੁਹਾਡਾ ਬਈ। ਤੁਸੀਂ, ਮੇਰਾ ਖਿਆਲ ਹੈ ਕਿ ਅਸਲੀਅਤ ਪਛਾਣ ਲੈਣੀ ਚਾਹੀਦੀ ਹੈ, ਔਰ ਜਿਨ੍ਹਾਂ ਕੇਸਾਂ ਦੇ ਵਿੱਚ ਫਸਿਆ ਹੋਇਆ, ਇੰਨੇ ਘਿਨਾਉਣੇ ਕੇਸਾਂ ਦੇ ਵਿੱਚ ਫਸੇ ਹੋਏ ਕਿਸੇ ਵਿਅਕਤੀ ਨੂੰ ਰੱਬ ਮੰਨਣਾ ਜਾਂ ਰੱਬ ਦਾ ਦੂਤ ਮੰਨਣਾ, ਮੈਂ ਸਮਝਦਾ ਕਿ ਨਾ ਸਮਝੀ ਦੀ ਇਹ ਹੱਦ ਹੈ। ਜੀ ਕੁਲਦੀਪ ਜੀ, ਅੱਜ ਦਾ ਪ੍ਰੋਗਰਾਮ ਇੱਥੇ ਸਮੇਟਣ ਦਾ ਵੇਲਾ ਹੋ ਗਿਆ ਹੈ। ਤੁਸੀਂ ਸਾਡੇ ਨਾਲ ਜੁੜੇ ਤੇ ਬੜੀ ਸੋਹਣੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।